ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਪੁੱਛਗਿੱਛ ਲਈ ਐਸਆਈਟੀ ਤਿਆਰ। ਸੂਤਰਾਂ ਮੁਤਾਬਕ 8 ਨਵੰਬਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਜਾ ਸਕਦੀ ਹੈ ਟੀਮ। ਹਾਈਕੋਰਟ ਨੇ ਪ੍ਰੋਡਕਸ਼ਨ ਵਾਰੰਟ ਤੋਂ ਦਿੱਤੀ ਸੀ ਰਾਹਤ। ਦੀਵਾਲੀ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਕਟੌਤੀ। ਅੱਜ ਤੋਂ ਪੈਟਰੋਲ 5 ਤੇ ਡੀਜ਼ਲ 10 ਰੁਪਏ ਸਸਤਾ। ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਘਟਾ ਕੇ ਲੋਕਾਂ ਨੂੰ ਦਿੱਤੀ ਰਾਹਤ। ਕੇਂਦਰ ਦੇ ਐਲਾਨ ਤੋਂ ਬਾਅਦ ਜ਼ਿਆਦਾਤਰ ਐਨਡੀਏ ਸ਼ਾਸਿਤ ਸੂਬਿਆਂ ਨੇ ਤੇਲ ਤੇ ਘਟਾਇਆ ਵੈਟ। ਪੰਜਾਬ 'ਚ ਵੀ ਉੱਠੀ ਮੰਗ। ਅਕਾਲੀ ਦਲ ਨੇ ਕਿਹਾ ਸੂਬੇ ਦੇ ਲੋਕਾਂ ਨੂੰ ਵੀ ਰਾਹਤ ਦੇਵੇ ਚੰਨੀ ਸਰਕਾਰ। ਬਠਿੰਡਾ ਰਿਫਾਈਨਰੀ 'ਚ ਹੋਏ ਹੰਗਾਮੇ 'ਚ ਪੁਲਿਸ ਦਾ ਐਕਸ਼ਨ। ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ। ਕੱਲ ਮਜ਼ਦੂਰਾਂ ਨੇ ਕੀਤੀ ਸੀ ਅਗਜ਼ਨੀ। ਪੁਲਿਸ ਦੀਆਂ 4 ਗੱਡੀਆਂ ਸਣੇ 6 ਗੱਡੀਆਂ ਨੂੰ ਕੀਤਾ ਸੀ ਅੱਗ ਦੇ ਹਵਾਲੇ। ਬਰਨਾਲਾ ਜੇਲ੍ਹ ਮਾਮਲੇ ਦੀ ਹੋਵੇਗੀ ਜਾਂਚ। ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਦਿੱਤੇ ਹੁਕਮ। ਕੈਦੀ ਨੇ ਸੁਪਰਡੈਂਟ ਤੇ ਲਾਏ ਸਨ ਗਰਮ ਰੌਡ ਨਾਲ ਅੱਤਵਾਦੀ ਲਿਖਣ ਦੇ ਇਲਜ਼ਾਮ। ਦੇਸ਼ ਭਰ 'ਚ ਦੀਵਾਲੀ ਦੀ ਧੂਮ। ਬਾਜ਼ਾਰਾਂ 'ਚ ਦੇਖਣ ਨੂੰ ਮਿਲ ਰਹੀ ਰੌਣਕ। ਪਰ ਇਸ ਵਾਰ ਵੀ ਪਟਾਕਿਆਂ ਤੇ ਪਾਬੰਦੀ। ਪੰਜਾਬ 'ਚ ਸਿਰਫ 2 ਘੰਟੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ। ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ 'ਚ ਵਿਸ਼ੇਸ਼ ਰੌਣਕਾਂ। ਵੱਡੀ ਗਿਣਤੀ 'ਚ ਨਤਮਸਤਕ ਹੋਣ ਪਹੁੰਚ ਰਹੀ ਸੰਗਤ। ਸ਼ਾਮ ਨੂੰ ਹੋਏਗੀ ਦੀਪਮਾਲਾ ਤੇ ਆਤਿਸ਼ਬਾਜ਼ੀ। ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ। ਅੱਜ ਨੌਸ਼ਹਿਰਾ 'ਚ ਜਵਾਨਾਂ ਨਾਲ ਮਨਾਉਣਗੇ ਤਿਉਹਾਰ। ਫੌਜੀਆਂ ਨਾਲ ਵੰਡਣਗੇ ਖੁਸ਼ੀਆਂ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਹਰਜੀਤ ਸੰਧੂ ਤੇ ਸ਼ੁਰੂਆਤ ਕਰਦੇ ਹਾਂ ਇੱਕ ਵੱਡੀ ਖਬਰ ਦੇ ਨਾਲ। ਪੰਜਾਬ 'ਚ ਇੱਕ ਹੋਰ ਟਿਫਨ ਬੰਬ ਬਰਾਮਦ ਕੀਤਾ ਗਿਆ ਹੈ। ਫਿਰੋਜ਼ਪੁਰ ਸਰਹੱਦ ਦੇ ਨੇੜੇ ਇਹ ਟਿਫਨ ਬੰਬ ਮਿਲਿਆ ਹੈ। ਸਰਹੱਦੀ ਪਿੰਡ ਨਿਹੰਗਾ ਵਾਲੇ ਝੁੱਗੇ ਦੇ ਨੇੜਿਓਂ ਇਹ ਟਿਫਨ ਬੰਬ ਮਿਲਿਆ ਹੈ। ਗ੍ਰਿਫਤਾਰ ਗੁਰਮੁਖ ਰੋਡੇ ਦੀ ਨਿਸ਼ਾਨਦੇਹੀ ਤੇ ਇਹ ਬਰਾਮਦਗੀ ਹੋਈ ਹੈ। ਦੱਸ ਦਈਏ ਕਿ ਅਗਸਤ ਮਹੀਨੇ ਦੇ ਵਿੱਚ ਸਾਬਕਾ ਜਥੇਦਾਰ ਜਸਵੀਰ ਰੋਡੇ ਦੇ ਘਰੋਂ ਟਿਫਨ ਬੰਬ ਸਣੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਸੀ। ਇਸ ਮਾਮਲੇ 'ਚ ਜਸਵੀਰ ਰੋਡੇ ਦੇ ਬੇਟੇ ਗੁਰਮੁਖ ਰੋਡੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਇੱਕ ਹੋਰ ਟਿਫਨ ਬੰਬ ਬਰਾਮਦ ਹੋਇਆ ਹੈ। ਤਾਂ ਪੰਜਾਬ ਦੇ ਵਿੱਚ ਲਗਾਤਾਰ ਇਹੋ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇੱਕ ਹੋਰ ਟਿਫਨ ਬੰਬ ਹੁਣ ਬਰਾਮਦ ਕੀਤਾ ਗਿਆ ਫਿਰੋਜ਼ਪੁਰ ਸਰਹੱਦ ਦੇ ਨੇੜਿਓਂ। ਮਨਦੀਪ ਕੁਮਾਰ ਸਾਡੇ ਸਹਿਯੋਗੀ ਫਿਰੋਜ਼ਪੁਰ ਤੋਂ ਜੁੜੇ ਹੋਏ ਨੇ। ਮਨਦੀਪ, ਕੀ ਕੁਝ ਜਾਣਕਾਰੀ ਹੈ? ਜੀ ਅਸੀਂ ਜੇ ਗੱਲ ਕਰੀਏ ਤੇ ਫਿਰੋਜ਼ਪੁਰ ਦੇ ਨਾਲ ਜਿਹੜੇ ਸਰਹੱਦੀ ਜ਼ਿਲ੍ਹਾ ਜਿਵੇਂ ਫਾਜ਼ਿਲਕਾ ਹੋ ਗਿਆ, ਤਰਨਤਾਰਨ, ਅੰਮ੍ਰਿਤਸਰ ਦੇ ਆਸ-ਪਾਸ ਸਾਰੇ ਇਲਾਕਿਆਂ ਦੇ ਵਿੱਚ ਲਗਾਤਾਰ ਜਿਹੜਾ ਟਿਫਨ ਬੰਬ ਤੇ ਹੈਂਡ ਗ੍ਰੇਨੇਡ ਤੇ ਹੋਰ ਹਥਿਆਰਾਂ ਦਾ ਜ਼ਖੀਰਾ ਜੋ ਪਾਕਿਸਤਾਨ ਵੱਲੋਂ ਜਿਹੜਾ ਡਰੋਨ ਦੇ ਰਾਹੀਂ ਭਾਰਤ ਦੀ ਸੀਮਾ ਦੇ ਵਿੱਚ ਭੇਜਿਆ ਗਿਆ ਸੀਗਾ, ਉਹ ਲਗਾਤਾਰ ਬਰਾਮਦ ਜਿਹੜੇ ਆ ਕੀਤੇ ਜਾ ਰਹੇ ਆ। ਜੇ ਗੱਲ ਕਰੀਏ ਪਿਛਲੇ ਕੁਝ ਦਿਨ ਪਹਿਲਾਂ ਜਿਹੜਾ ਜਲਾਲਾਬਾਦ ਤੇ ਫਿਰੋਜ਼ਪੁਰ ਦੇ ਵਿੱਚ ਟਿਫਨ ਬੰਬ ਵਿਸਫੋਟ ਹੋਇਆ ਸੀ, ਉਸ ਦੇ ਵਿੱਚ ਗੁਰਮੁਖ ਰੋਡੇ ਦੇ ਸਾਥੀ ਜਿਹੜੇ ਆ ਬਲਵਿੰਦਰ ਸਿੰਘ ਬਿੰਦੂ, ਜਿਸ ਦੀ ਮੌਤ ਹੋ ਗਈ ਸੀ ਜਲਾਲਾਬਾਦ, ਤੇ ਉਸਦੇ ਹੀ ਰਿਸ਼ਤੇਦਾਰ ਉਸਦੇ ਭਰਾ ਦੇ ਕੋਲੋਂ ਸੁੱਖਾ ਨਾਮਕ ਜਿਹੜਾ ਉਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਉਸਦੇ ਘਰ ਦੇ ਵਿੱਚੋਂ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚੋਂ ਬੰਬ ਜਿਹੜੇ ਆ ਟਿਫਨ ਬੰਬ ਬਰਾਮਦ ਹੋਏ ਸੀ। ਕੱਲ ਰਾਤ ਨੂੰ ਫਿਰ ਇੱਕ ਸਰਚ ਆਪਰੇਸ਼ਨ ਦੇ ਦੌਰਾਨ ਜਿਹੜਾ ਨਿਹੰਗਾ ਵਾਲੇ ਚੁੱਗੇ ਦੇ ਕੋਲ ਔਰ ਅਲੀਕੇ ਦੇ ਪਿੰਡ ਦੇ ਵਿੱਚੋਂ ਇੱਕ ਟਿਫਨ ਬੰਬ ਬਰਾਮਦ ਕੀਤਾ ਗਿਆ, ਜੋ ਉਸਨੇ ਇੱਕ ਬਾਲਟੀ ਦੇ ਵਿੱਚ ਆਪਣੀ ਜ਼ਮੀਨ ਦੇ ਵਿੱਚ ਲੁਕਾਇਆ ਹੋਇਆ ਸੀਗਾ। ਔਰ ਪੁਲਿਸ ਵੱਲੋਂ ਜਿਹੜਾ ਪੁੱਛਗਿੱਛ ਕਰਨ ਤੋਂ ਬਾਅਦ ਉਸਦੀ ਨਿਸ਼ਾਨਦੇਹੀ ਤੇ ਨਿਹੰਗਾ ਵਾਲੇ ਚੁੱਗੇ ਦੇ ਵਿੱਚ ਇੱਕ ਟਿਫਨ ਬੰਬ ਜਿਹੜਾ ਫਿਰ ਬਰਾਮਦ ਕੀਤਾ ਗਿਆ। ਜੀ ਸ਼ੁਕਰੀਆ ਮਨਦੀਪ ਪੂਰੀ ਜਾਣਕਾਰੀ ਦੇ ਲਈ। ਤਾਂ ਪੰਜਾਬ ਦੇ ਵਿੱਚ ਲਗਾਤਾਰ ਇਹੋ ਜਿਹੀਆਂ ਬਰਾਮਦਗੀਆਂ ਹੋ ਰਹੀਆਂ ਨੇ ਤੇ ਹੁਣ ਇੱਕ ਹੋਰ ਟਿਫਨ ਬੰਬ ਫਿਰੋਜ਼ਪੁਰ ਸਰਹੱਦ ਦੇ ਨੇੜਿਓਂ ਬਰਾਮਦ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਇੱਕ ਹੋਰ ਟਿਫਨ ਬੰਬ ਬਰਾਮਦ ਹੋਇਆ ਹੈ। ਗੁਰਮੁਖ ਰੋਡੇ ਦੀ ਨਿਸ਼ਾਨਦੇਹੀ ਤੇ ਇਹ ਟਿਫਨ ਬੰਬ ਬਰਾਮਦ ਕੀਤਾ ਗਿਆ ਹੈ। ਤੇ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਰਾਮ ਰਹੀਮ ਦੀ। ਰਾਮ ਰਹੀਮ ਦੇ ਨਾਲ ਜੁੜੀ ਵੱਡੀ ਖਬਰ ਹੈ। 8 ਨਵੰਬਰ ਨੂੰ ਐਸਆਈਟੀ ਰਾਮ ਰਹੀਮ ਤੋਂ ਪੁੱਛਗਿੱਛ ਕਰ ਸਕਦੀ ਹੈ। ਬੇਅਦਬੀ ਮਾਮਲੇ ਦੇ ਵਿੱਚ ਪੁੱਛਗਿੱਛ ਹੋਏਗੀ। ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਐਸਆਈਟੀ ਪੁੱਛਗਿੱਛ ਕਰਨ ਦੇ ਲਈ ਜਾਏਗੀ। ਹਾਈਕੋਰਟ ਨੇ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ਤੋਂ ਰਾਹਤ ਦੇ ਦਿੱਤੀ ਸੀ। ਫਰੀਦਕੋਟ ਅਦਾਲਤ ਨੇ ਪਹਿਲਾਂ ਪ੍ਰੋਡਕਸ਼ਨ ਵਾਰੰਟ ਤੇ ਰਾਮ ਰਹੀਮ ਨੂੰ ਪੰਜਾਬ ਲਿਆਉਣ ਦੇ ਲਈ ਕਿਹਾ ਸੀ, ਜਿੱਥੇ ਪੁੱਛਗਿੱਛ ਹੋਣੀ ਸੀ। ਹਾਈਕੋਰਟ ਨੇ ਰਾਮ ਰਹੀਮ ਨੂੰ ਰਾਹਤ ਦੇ ਦਿੱਤੀ ਸੀ। ਕਿਹਾ ਗਿਆ ਸੀ ਕਿ ਐਸਆਈਟੀ ਨੇ ਜੇ ਪੁੱਛਗਿੱਛ ਕਰਨੀ ਹੈ ਤਾਂ ਜੇਲ੍ਹ ਦੇ ਵਿੱਚ ਜਾ ਕੇ ਪੁੱਛਗਿੱਛ ਕਰ ਸਕਦੀ ਹੈ। ਤਾਂ ਹੁਣ ਇਹ ਵੱਡੀ ਖਬਰ ਹੈ। 8 ਨਵੰਬਰ ਨੂੰ ਐਸਆਈਟੀ ਰਾਮ ਰਹੀਮ ਤੋਂ ਪੁੱਛਗਿੱਛ ਕਰ ਸਕਦੀ ਹੈ। ਸੁਨਾਰੀਆ ਜੇਲ੍ਹ ਜਿੱਥੇ ਰਾਮ ਰਹੀਮ ਬੰਦ ਹੈ। ਨਰੇਸ਼ ਸੇਠੀ ਸਾਡੇ ਸਹਿਯੋਗੀ ਜੁੜੇ ਹੋਏ ਨੇ ਫਰੀਦਕੋਟ ਤੋਂ। ਨਰੇਸ਼, ਕੀ ਕੁਝ ਜਾਣਕਾਰੀ ਹੈ? ਪਹਿਲਾਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਸੀ, ਹਾਲਾਂਕਿ ਫਿਰ ਹਾਈਕੋਰਟ ਨੇ ਰਾਹਤ ਦੇ ਦਿੱਤੀ ਸੀ, ਤੇ ਹੁਣ ਐਸਆਈਟੀ ਜਿਹੜੀ ਹੈ ਉਹ ਪੁੱਛਗਿੱਛ ਕਰਨ ਦੇ ਲਈ ਜੇਲ੍ਹ ਜਾਏਗੀ।
ਬਿਲਕੁਲ ਅਰਸ਼ ਦੱਸ ਦਈਏ ਕਿ ਫਰੀਦਕੋਟ ਦੀ ਜਿਹੜੀ ਕੋਰਟ ਦੇ ਵਿੱਚ SIT ਵੱਲੋਂ ਇੱਕ ਪਟੀਸ਼ਨ ਦਾਇਰ ਕਰਕੇ ਰਾਮ ਰਹੀਮ ਦੇ ਖਿਲਾਫ ਇੱਕ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਈ ਸੀ, ਜਿਸ ਨੂੰ ਲੈ ਕੇ ਕਿ ਉਹਨਾਂ ਤੋਂ ਜਿਹੜੀ ਸੁਨਾਰੀਆ ਜੇਲ੍ਹ ਤੋਂ ਲਿਆ ਕੇ ਫਰੀਦਕੋਟ ਦੇ ਵਿੱਚ ਜਿਹੜੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ। ਪਰ ਦੂਜੇ ਪਾਸੇ ਰਾਮ ਰਹੀਮ ਦੇ ਵਕੀਲ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਹਾਈ ਕੋਰਟ ਵਿੱਚ, ਜਿੱਥੇ ਉਹਨਾਂ ਨੂੰ ਇੱਕ ਵੱਡੀ ਰਾਹਤ ਦਿੰਦੇ ਹਾਈ ਕੋਰਟ ਨੇ ਕਿਹਾ ਸੀਗਾ ਕਿ ਜਿਹੜੀ SIT ਹੈ ਉਹਨਾਂ ਤੋਂ ਪੁੱਛਗਿੱਛ ਕਰਨੀ ਹੈ ਤਾਂ ਸੁਨਾਰੀਆ ਜੇਲ੍ਹ ਜਾ ਸਕਦੀ ਹੈ, ਕਿਉਂਕਿ ਆਲਰੇਡੀ ਉਹ ਪਹਿਲਾਂ ਹੀ ਹਿਰਾਸਤ ਵਿੱਚ ਚੱਲ ਰਹੇ ਨੇ, ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਨੇ, ਤਾਂ ਉਹਨਾਂ ਤੋਂ ਜਿਹੜੀ ਪੁੱਛਗਿੱਛ ਹੋਣੀ ਹੈ ਉਹ ਜਿਹੜੀ ਉੱਥੇ ਸੁਨਾਰੀਆ ਜੇਲ੍ਹ ਵਿੱਚ ਜਾ ਕੇ ਵੀ ਕੀਤੀ ਜਾ ਸਕਦੀ ਹੈ। ਤਾਂ ਹੁਣ ਸੂਤਰਾਂ ਦੇ ਵੱਲੋਂ ਤੋਂ ਵੱਡੀ ਖਬਰ ਆ ਰਹੀ ਹੈ ਕਿ 8 ਤਰੀਕ ਨੂੰ ਹੋ ਸਕਦਾ ਕਿ SIT ਜਿਹੜੀ ਹੈ ਆਪਣੇ ਜਿਹੜੇ ਸਵਾਲਾਂ ਦੀ ਫਹਿਰਿਸਤ, ਲੰਮੀ ਫਹਿਰਿਸਤ ਜਿਹੜੀ ਤਿਆਰ ਕਰ ਚੁੱਕੀ ਹੈ, ਔਰ 8 ਤਰੀਕ ਨੂੰ ਸੁਨਾਰੀਆ ਜੇਲ੍ਹ ਵਿੱਚ ਜਾ ਕੇ ਬਾਬਾ ਰਾਮ ਰਹੀਮ ਤੋਂ ਜਿਹੜੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਕਰੀਬ 100 ਦੇ ਸਵਾਲ ਦੱਸੇ ਜਾ ਰਹੇ ਨੇ ਕਿ 100 ਦੇ ਕਰੀਬ ਜਿਹੜੇ ਸਵਾਲ ਨੇ ਜਿਹੜੇ ਬਾਬਾ ਤੋਂ ਜਿਨ੍ਹਾਂ ਨੂੰ ਪੁੱਛੇ ਜਾਣੇ ਨੇ। ਔਰ ਇਸ ਤੋਂ ਪਹਿਲਾਂ ਜੇ ਦੱਸੀਏ ਤਾਂ 43 ਮੈਂਬਰੀ ਕਮੇਟੀ ਦੇ 3 ਮੈਂਬਰ ਜਿਹੜੇ ਭਗੌੜਾ ਕਰਾਰ ਦਿੱਤੇ ਗਏ ਸੀ, ਜਿਹੜੇ ਕਿ ਇਸ ਮਾਮਲੇ ਵਿੱਚ ਨਾਮਜ਼ਦ ਸੀ, ਉਹਨਾਂ ਬਾਰੇ ਵੀ ਜਿਹੜੇ ਸਵਾਲ ਜਵਾਬ ਜਿਹੜੇ ਬਾਬਾ ਰਾਮ ਰਹੀਮ ਤੋਂ ਪੁੱਛਗਿੱਛ ਦੇ ਦੌਰਾਨ ਕੀਤੇ ਜਾ ਸਕਦੇ ਨੇ। ਜੀ ਅਰਸ਼। ਜੀ ਨਰੇਸ਼, ਤੁਸੀਂ ਬਣੇ ਰਹਿਣਾ ਸਾਡੇ ਨਾਲ। ਤਾਂ ਇਹ ਵੱਡੀ ਖਬਰ ਹੈ ਰਾਮ ਰਹੀਮ ਨੂੰ ਲੈ ਕੇ। SIT ਹੁਣ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਹੈ ਕਿ SIT 8 ਨਵੰਬਰ ਨੂੰ ਪੁੱਛਗਿੱਛ ਕਰਨ ਦੇ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਜਾ ਸਕਦੀ ਹੈ। ਰਾਮ ਰਹੀਮ ਤੋਂ ਬੇਅਦਬੀ ਮਾਮਲੇ ਦੇ ਵਿੱਚ ਪੁੱਛਗਿੱਛ ਹੋਣੀ ਹੈ, ਜਿਸ ਨੂੰ ਲੈ ਕੇ ਪਹਿਲਾਂ ਫਰੀਦਕੋਟ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ। ਹਾਲਾਂਕਿ ਹਾਈ ਕੋਰਟ ਨੇ ਫਿਰ ਬਾਅਦ ਦੇ ਵਿੱਚ ਰਾਮ ਰਹੀਮ ਨੂੰ ਰਾਹਤ ਦੇ ਦਿੱਤੀ ਸੀ ਤੇ ਹੁਣ ਜੇਲ੍ਹ ਦੇ ਵਿੱਚ ਹੀ ਪੁੱਛਗਿੱਛ ਹੋਏਗੀ। ਤੇ ਜਿਵੇਂ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਕਿ ਤਕਰੀਬਨ 100 ਜਿਹੜੇ ਸਵਾਲ ਨੇ ਉਹ ਤਿਆਰ ਕੀਤੇ ਗਏ ਨੇ। ਰਾਮ ਰਹੀਮ ਤੋਂ ਜਿਹੜੀ ਪੁੱਛਗਿੱਛ ਹੋਣੀ ਹੈ 8 ਨਵੰਬਰ ਨੂੰ। ਫਿਲਹਾਲ ਜਾਣਕਾਰੀ ਮੁਤਾਬਕ SIT ਦੀ ਟੀਮ ਰੋਹਤਕ ਦੇ ਵਿੱਚ ਸੁਨਾਰੀਆ ਜੇਲ੍ਹ 'ਚ ਜਾ ਕੇ ਰਾਮ ਰਹੀਮ ਤੋਂ ਪੁੱਛਗਿੱਛ ਕਰ ਸਕਦੀ ਹੈ। ਤੇ ਹੁਣ ਗੱਲ ਕਰਦੇ ਹਾਂ ਮਹਿੰਗਾਈ ਦੀ। ਦੀਵਾਲੀ ਤੇ ਮਹਿੰਗਾਈ ਤੋਂ ਰਾਹਤ ਦਿੱਤੀ ਗਈ ਹੈ। ਅੱਜ ਤੋਂ ਪੈਟਰੋਲ ਤੇ ਡੀਜ਼ਲ ਸਸਤਾ ਕੀਤਾ ਗਿਆ ਹੈ। ਕੇਂਦਰ ਨੇ ਪੈਟਰੋਲ ਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ। ਪੈਟਰੋਲ 5 ਰੁਪਏ ਤੇ ਡੀਜ਼ਲ 10 ਰੁਪਏ ਸਸਤਾ ਹੋਇਆ ਹੈ। ਕੇਂਦਰ ਦੇ ਫੈਸਲੇ ਤੋਂ ਬਾਅਦ ਕਈ NDA ਸ਼ਾਸਿਤ ਸੂਬਿਆਂ ਨੇ ਵੀ ਵੈਟ ਘਟਾ ਦਿੱਤਾ ਹੈ। ਗੁਜਰਾਤ, ਮੱਧ ਪ੍ਰਦੇਸ਼, ਬਿਹਾਰ, ਉੱਤਰਾਖੰਡ, ਕਰਨਾਟਕ, ਗੋਆ, ਅਸਮ, ਮਣੀਪੁਰ, ਤ੍ਰਿਪੁਰਾ, ਇਹਨਾਂ ਸੂਬਿਆਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਤੋਂ ਵੈਟ ਘਟਾਇਆ ਗਿਆ ਹੈ। ਵੱਡਾ ਸਵਾਲ ਹੁਣ ਇਹ ਵੀ ਉੱਠ ਰਿਹਾ ਹੈ ਕਿ ਕੀ ਪੰਜਾਬ ਦੇ ਵਿੱਚ ਜਾਂ ਜਿਹੜੇ ਬਾਕੀ ਕਾਂਗਰਸ ਸ਼ਾਸਿਤ ਸੂਬੇ ਨੇ ਉੱਥੇ ਵੀ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਏਗੀ। ਕੇਂਦਰ ਦੇ ਵੱਲੋਂ ਤਾਂ ਕੁਝ ਰਾਹਤ ਦਿੱਤੀ ਗਈ ਹੈ। ਪੈਟਰੋਲ 5 ਰੁਪਏ ਤੇ ਡੀਜ਼ਲ 10 ਰੁਪਏ ਸਸਤਾ ਹੋਇਆ ਹੈ। ਕਈ ਸੂਬਿਆਂ ਨੇ ਵੀ ਵੈਟ ਘਟਾ ਲਿਆ ਹੈ। NDA ਸ਼ਾਸਿਤ ਸੂਬੇ ਨੇ ਜਿੱਥੇ ਇਹ ਵੈਟ ਘਟਾਇਆ ਗਿਆ। ਹਾਲਾਂਕਿ ਅਜੇ ਹਿਮਾਚਲ, ਹਰਿਆਣਾ ਦੇ ਵਿੱਚ ਕੋਈ ਐਲਾਨ ਜਿਹੜਾ ਹੈ ਉਹ ਅਜੇ ਤੱਕ ਨਹੀਂ ਆਇਆ। ਦੂਸਰੇ ਪਾਸੇ ਪੰਜਾਬ 'ਚ ਵੀ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਲਗਾਤਾਰ ਅਸੀਂ ਲੋਕਾਂ ਦੇ ਨਾਲ ਵੀ ਜਿਵੇਂ ਗੱਲਬਾਤ ਕਰਦੇ ਹਾਂ ਤਾਂ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਕੇਂਦਰ ਤੇ ਪੰਜਾਬ ਦੋਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਟੈਕਸ ਹੈ ਜਿਹੜਾ ਉਹ ਘਟਾਇਆ ਜਾਣਾ ਚਾਹੀਦਾ ਹੈ। ਕੀਮਤਾਂ ਨੇ ਅਸਮਾਨ ਛੂ ਰਹੀਆਂ ਨੇ ਤੇ ਕਿਤੇ ਨਾ ਕਿਤੇ ਪੈਟਰੋਲ ਤੇ ਡੀਜ਼ਲ ਜੇ ਮਹਿੰਗਾ ਹੁੰਦਾ ਹੈ ਉਸ ਦਾ ਹਰ ਚੀਜ਼ ਦੇ ਉੱਤੇ ਅਸਰ ਪੈਂਦਾ ਹੈ, ਕਿਉਂਕਿ ਟਰਾਂਸਪੋਰਟੇਸ਼ਨ ਸੁਭਾਵਿਕ ਤੌਰ ਤੇ ਟਰਾਂਸਪੋਰਟੇਸ਼ਨ ਦਾ ਖਰਚਾ ਵੱਧਦਾ ਹੈ। ਉਸ ਦੇ ਨਾਲ ਚਾਹੇ ਸਬਜ਼ੀਆਂ ਹੋਣ, ਚਾਹੇ ਹੋਰ ਘਰੇਲੂ ਇਸਤੇਮਾਲ ਦਾ ਜਿਹੜਾ ਸਾਮਾਨ ਹੈ ਉਹ ਹੋਏ, ਸਭ ਕੁਝ ਮਹਿੰਗਾ ਹੁੰਦਾ ਹੈ ਤਾਂ ਲੋਕਾਂ ਤੇ ਸਿੱਧਾ ਅਸਰ ਪੈਂਦਾ ਹੈ। ਅੱਜ ਦੀਵਾਲੀ ਦੇ ਮੌਕੇ ਕੇਂਦਰ ਦੇ ਵੱਲੋਂ ਰਾਹਤ ਦਿੱਤੀ ਗਈ ਹੈ। ਪੈਟਰੋਲ 5 ਰੁਪਏ ਤੇ ਡੀਜ਼ਲ 10 ਰੁਪਏ ਸਸਤਾ ਕੀਤਾ ਗਿਆ ਹੈ ਤੇ ਕੇਂਦਰ ਨੇ ਸੂਬਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਵੈਟ ਘਟਾਇਆ ਜਾਵੇ, ਲੋਕਾਂ ਨੂੰ ਹੋਰ ਰਾਹਤ ਦਿੱਤੀ ਜਾਵੇ। ਤੇ ਉਧਰ ਹਰਿਆਣਾ ਸਰਕਾਰ ਨੇ ਵੀ ਵੱਡੀ ਰਾਹਤ ਦੇ ਦਿੱਤੀ ਹੈ। ਪੈਟਰੋਲ ਡੀਜ਼ਲ ਤੇ ਵੈਟ ਘਟਾ ਦਿੱਤਾ ਹੈ। ਪਹਿਲਾਂ ਕੋਈ ਐਲਾਨ ਨਹੀਂ ਆਇਆ ਸੀ, ਹੁਣ ਹਰਿਆਣਾ ਸਰਕਾਰ ਦਾ ਵੀ ਐਲਾਨ ਸਾਹਮਣੇ ਆ ਗਿਆ ਹੈ। ਪੈਟਰੋਲ ਤੇ ਡੀਜ਼ਲ ਤੇ ਵੈਟ ਘਟਾਇਆ ਗਿਆ। ਪੈਟਰੋਲ ਤੇ ਕਰੀਬ 7 ਰੁਪਏ ਵੈਟ ਘਟਾਇਆ ਗਿਆ ਤੇ ਡੀਜ਼ਲ ਤੇ ਕਰੀਬ 2 ਰੁਪਏ ਵੈਟ ਘਟਾਇਆ ਗਿਆ। ਯਾਨੀ ਕਿ ਟੋਟਲ ਜੇ ਅਸੀਂ ਗੱਲ ਕਰੀਏ ਕੁੱਲ ਕੀਮਤ ਜਿਹੜੀ ਪੈਟਰੋਲ ਤੇ ਡੀਜ਼ਲ ਦੀ ਹਰਿਆਣੇ ਦੇ ਵਿੱਚ ਪੈਟਰੋਲ 12 ਰੁਪਏ ਸਸਤਾ ਹੋਇਆ ਹੈ ਤਾਂ 7 ਰੁਪਏ ਪੈਟਰੋਲ ਦੀ ਕੀਮਤ ਜਿਹੜੀ ਹੈ ਉਹ ਘਟਾਈ ਗਈ ਹੈ, ਵੈਟ ਘਟਾਇਆ ਗਿਆ ਤੇ ਡੀਜ਼ਲ ਤੇ 2 ਰੁਪਏ ਦਾ ਜਿਹੜਾ ਵੈਟ ਹੈ ਹਰਿਆਣਾ ਦੇ ਵਿੱਚ ਘਟਾਇਆ ਗਿਆ। ਤਾਂ ਹਰਿਆਣਾ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਹੈ ਲੋਕਾਂ ਨੂੰ ਕੁਝ ਰਾਹਤ ਜਿਹੜੀ ਹੈ ਉਹ ਦਿੱਤੀ ਗਈ ਹੈ। अंकित उदानी ਸਾਡੇ सहयोगी चंडीगढ़ तो जुड़े ने। अंकित, कैसे देखा जाए इस जो कटौती की गई है वैट में? हालांकि केंद्र ने सभी राज्यों को अपील की थी कि आप भी कुछ ना कुछ राहत दें लोगों को, दिवाली का तोहफा कह सकते हैं इसे। बिल्कुल, हरियाणा में भी जो पेट्रोल और डीजल के दामों में कटौती की गई है, वैट में कटौती की गई है और हरियाणा सरकार ने इसकी घोषणा कर दी है, क्योंकि जिस हिसाब से केंद्र सरकार ने घोषणा की है एक्साइज ड्यूटी घटाने की और पेट्रोल पर 5 रुपए और डीजल पर 10 रुपए घटाए हैं केंद्र सरकार ने, और उसके बाद केंद्र सरकार ने सभी जो राज्य थे उनसे भी आह्वान किया था कि वो वैट घटाएं। तो उसी कड़ी के अंदर मुख्यमंत्री मनोहर लाल ने दिवाली के दिन घोषणा की है कि 12-12 रुपए, अब टोटल जो पेट्रोल के ऊपर है 7 रुपए
हरियाणा में घट गए हैं और जो डीजल के ऊपर 2 रुपए और घटाए गए हैं, तो अब कुल 12-12 रुपए हरियाणा में पेट्रोल और डीजल सस्ता हो जाएगा। तो कहीं ना कहीं एक बड़ी राहत कह सकते हैं कि हरियाणा में मिली है, क्योंकि जिस हिसाब से केंद्र ने घटाया है उसके बाद से गोवा है, कर्नाटक है और दूसरे जो राज्य हैं, जो बीजेपी शासित राज्य हैं, उन्होंने तुरंत प्रभाव से वहां पैसे जो वेट है वो घटाया था। तो अब हरियाणा में भी ये इस तरह का फैसला लिया गया है और अब 12-12 रुपए डीजल पर जो छूट मिलेगी और लोगों को एक जो 100 रुपए पार कर गया था पेट्रोल और डीजल, उससे कहीं ना कहीं राहत मिलते हुए और नजर आएगी। जी जी जी, शुक्रिया अंकित पूरी जानकारी के लिए। तो हरियाणा ਦੇ ਵਿੱਚ ਵੀ ਰਾਹਤ ਦਿੱਤੀ ਗਈ ਹੈ ਲੋਕਾਂ ਨੂੰ, ਪੈਟਰੋਲ ਤੇ ਡੀਜ਼ਲ ਦੀ ਕੀਮਤ ਘਟਾਈ ਗਈ ਹੈ। ਪਹਿਲਾਂ ਕੇਂਦਰ ਦੇ ਵੱਲੋਂ ਰਾਹਤ ਦਿੱਤੀ ਗਈ, ਅੱਜ ਤੋਂ ਇਹ ਕੀਮਤਾਂ ਲਾਗੂ ਹੋਈਆਂ ਨੇ। 5 ਰੁਪਏ ਪੈਟਰੋਲ ਦੀ ਕਟੌਤੀ ਕੀਤੀ ਗਈ ਤੇ ਡੀਜ਼ਲ ਦੀ ਕੀਮਤ ਦੇ ਵਿੱਚ ਕੇਂਦਰ ਦੇ ਵੱਲੋਂ 10 ਰੁਪਏ ਦੀ ਕਟੌਤੀ ਕੀਤੀ ਗਈ ਤੇ ਹੁਣ ਹਰਿਆਣਾ ਨੇ ਐਲਾਨ ਕੀਤਾ ਹੈ ਪੈਟਰੋਲ ਤੇ करीब 7 रुपए वैट घटाया है तो डीजल ते 2 रुपए वैट घटाया है, यानी कि कुल जे असी कीमत की गल करिए तो पेट्रोल ते डीजल की कीमत दे विच 12-12 रुपए की कटौती की गई है केंद्र ते हरियाणा दा जिहड़ा फैसला है उसनूं मिला के। दीपक सिंगला साडे सहयोगी मोगा तो जुड़े हुए ने, नरेश सेठी फरीदकोट तो ਤੇ ਸੁਰਿੰਦਰ ਕੰਬੋਜ ਜਲੰਧਰ ਤੋਂ ਜੁੜੇ ਹੋਏ ਨੇ। ਵੱਖ-ਵੱਖ ਥਾਵਾਂ ਦਾ ਹਾਲ ਜਾਣਾਂਗੇ ਕਿ ਲੋਕਾਂ ਦਾ ਇਸ ਕਟੌਤੀ ਤੇ ਕੀ ਕਹਿਣਾ ਹੈ। ਪਹਿਲਾਂ ਦੀਪਕ ਤੁਹਾਡੇ ਕੋਲ ਆਉਂਦੇ ਆ ਮੋਗਾ ਦੇ ਵਿੱਚ, ਜੇ ਲੋਕਾਂ ਦੇ ਨਾਲ ਗੱਲ ਕਰ ਸਕੋ। ਅਜੇ ਤੱਕ ਪੰਜਾਬ ਸਰਕਾਰ ਨੇ ਹਾਲਾਂਕਿ ਕੋਈ ਐਲਾਨ ਨਹੀਂ ਕੀਤਾ, ਹਰਿਆਣਾ ਨੇ ਜ਼ਰੂਰ 7 ਰੁਪਏ ਹੋਰ ਪੈਟਰੋਲ ਘਟਾ ਦਿੱਤਾ ਹੈ ਤੇ ਡੀਜ਼ਲ 2 ਰੁਪਏ ਘਟਾਇਆ, ਯਾਨੀ ਕਿ ਕੁੱਲ 12 ਰੁਪਏ ਦਾ ਫਰਕ ਪੈ ਗਿਆ। ਪਰ ਪੰਜਾਬ 'ਚ ਅਜੇ ਪੈਟਰੋਲ ਦੀ ਕੀਮਤ 5 ਰੁਪਏ ਘਟੀ ਹੈ ਤੇ ਡੀਜ਼ਲ ਦੀ ਕੀਮਤ 10 ਰੁਪਏ ਘਟੀ ਹੈ। ਲੋਕ ਕੀ ਇਸ ਨੂੰ ਰਾਹਤ ਮੰਨਦੇ ਨੇ? बिल्कुल अर्शदीप, अगर मोगा की गल की जाए तो अज किते ना किते आम लोगों को ਜਿਹੜੇ ਪੈਟਰੋਲ ਡੀਜ਼ਲ ਭਰਵਾਉਣ ਆਏ ਆ ਮਸ਼ੀਨਾਂ ਦੇਖ ਕੇ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਹੈ, ਖੁਸ਼ੀ ਜ਼ਰੂਰ ਹੋ ਰਹੀ ਹੋਈ, ਕਿਉਂਕਿ ਰੋਜ਼ਾਨਾ ਦੀ ਤਰ੍ਹਾਂ ਰੋਜ਼ ਝਟਕੇ ਲੱਗਦੇ ਸੀ ਲੋਕਾਂ ਨੂੰ, ਕਿਉਂਕਿ ਰੋਜ਼ 35-35 ਪੈਸੇ 40-40 ਪੈਸੇ ਜਿਹੜਾ ਪੈਟਰੋਲ ਡੀਜ਼ਲ ਵੱਧਦਾ ਸੀ। ਲੇਕਿਨ ਅੱਜ ਜਿਹੜਾ ਪੈਟਰੋਲ ਡੀਜ਼ਲ ਦਾ ਰੇਟ ਹੈ ਜਿਹੜਾ ਮੋਗੇ ਦੇ ਵਿੱਚ ਦੱਸਿਆ ਜਾ ਰਿਹਾ, ਮੋਗੇ ਦੇ ਵਿੱਚ ਜਿਹੜਾ ਪੈਟਰੋਲ ਹੈ ਅਰਸ਼ਦੀਪ 105 ਰੁਪਏ 97 ਪੈਸੇ ਔਰ ਡੀਜ਼ਲ ਹੈ ਜਿਹੜਾ 99 ਰੁਪਏ 61 ਪੈਸੇ ਹੈ। ਔਰ ਜਿਹੜਾ ਕੀ ਸਿੱਧਾ ਅਸਰ ਹੈ ਜਿਹੜਾ 5 ਰੁਪਏ 54 ਪੈਸੇ 94 ਪੈਸੇ ਜਿਹੜਾ ਪੈਟਰੋਲ ਦਾ ਰੇਟ ਘਟਿਆ। ਔਰ ਦੂਜੇ ਪਾਸੇ ਅਗਰ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ 11 ਰੁਪਏ 83 ਪੈਸੇ ਘਟਿਆ। ਪੈਟਰੋਲ ਪੰਪ ਦੇ ਕੁਝ ਲੋਕ ਆਏ ਨੇ, ਉਹਨਾਂ ਨਾਲ ਗੱਲ ਕਰਦੇ ਆ ਕੀ ਕਹਿਣਾ ਹੈ, ਕਿਉਂਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੱਲੋਂ ਰਾਹਤ ਜ਼ਰੂਰ ਦਿੱਤੀ ਗਈ ਹੈ, ਕਿਉਂਕਿ ਪਹਿਲਾਂ ਜਿਵੇਂ ਝਟਕੇ ਵੱਜਦੇ ਸੀ, ਅੱਜ ਦੀਵਾਲੀ ਦਾ ਤੋਹਫਾ ਵੀ ਜਿਹੜਾ ਲੋਕਾਂ ਨੂੰ ਮਿਲਿਆ। ਉਹਨਾਂ ਨਾਲ ਗੱਲ ਕਰਦੇ ਆ, ਕੀ ਕਹੋਗੇ ਤੁਸੀਂ, ਕਿਉਂਕਿ ਤੁਸੀਂ ਕਾਰ ਤੇ ਆਏ ਹੋ, ਪਹਿਲਾਂ ਪੈਟਰੋਲ ਡੀਜ਼ਲ ਜਿਹੜਾ ਕਾਫੀ ਮਹਿੰਗਾ ਹੋ ਗਿਆ ਸੀ, 111 ਤੋਂ ਪਾਰ ਹੋ ਗਿਆ ਸੀ, ਅੱਜ ਰਾਹਤ ਮਿਲੀ ਹੈ 105 ਰੁਪਏ ਕੁਝ ਪੈਸੇ ਹੋ ਗਿਆ। ਸਾਨੂੰ ਪਹਿਲਾਂ ਤਾਂ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਦੂਸਰਾ ਇਹ ਹੈ ਵੀ ਮੈਂ ਸੈਂਟਰ ਗਵਰਨਮੈਂਟ ਦਾ ਬਹੁਤ ਧੰਨਵਾਦ ਕਰਦਾ ਹਾਂ ਵੀ ਥੋੜੀ ਜਿਹੀ ਮਹਿੰਗਾਈ ਨੂੰ ਠੱਲ ਪਊਗੀ, ਕਿਉਂਕਿ ਡੀਜ਼ਲ ਤੇ ਪੈਟਰੋਲ ਅੱਜ ਜਾ ਕੇ ਮੈਨੂੰ ਹੁਣੇ ਪਤਾ ਚੱਲਿਆ 10 ਰੁਪਏ ਡੀਜ਼ਲ ਤੇ 5 ਰੁਪਏ ਪੈਟਰੋਲ ਦਾ ਰੇਟ ਘਟਿਆ ਵਾ ਤੇ ਕਿਤੇ ਨਾ ਕਿਤੇ ਸਾਨੂੰ ਰਾਹਤ ਮਿਲੀ ਵੀ, ਕਿਉਂ ਮੈਂ ਵਪਾਰੀ ਬੰਦਾ ਜੀ, ਟਰੈਵਲ ਕਰਦਾ ਰੋਜ਼, ਕਿਤੇ ਨਾ ਕਿਤੇ ਮੇਰੇ ਤੇਲ ਦੀ ਵਰਤੋਂ ਹੁੰਦੀ ਆ। ਅੱਗੇ ਮੇਰੀ ਕਮਾਈ ਕਾਫੀ ਇਸ ਤੇਲ ਦੇ ਮਗਰ ਚੱਲ ਜਾਂਦੀ ਸੀਗੀ, ਪਰ ਹੁਣ ਮੈਂ ਬਹੁਤ ਖੁਸ਼ ਹਾਂ ਵੀ ਸਾਨੂੰ ਤੋਹਫਾ ਮਿਲਿਆ ਦੀਵਾਲੀ ਦਾ। ਤੇ ਮੈਂ ਸਟੇਟ ਗਵਰਨਮੈਂਟ ਨੂੰ ਵੀ ਇਹ ਬੇਨਤੀ ਕਰਦਾ ਵੀ ਇੱਥੇ ਜਿਹੜੇ ਲੱਗਦੇ ਟੈਕਸ ਆ ਹੋਰ ਘਟਾ ਕੇ ਤਾਂ ਕਿ ਰੇਟ ਹੋਰ 8-10 ਰੁਪਏ ਥੱਲੇ ਆਵੇ। ਬਿਲਕੁਲ ਲੋਕ ਖੁਸ਼ ਨੇ, ਕਿਉਂਕਿ ਦੀਵਾਲੀ ਦਾ ਗਿਫਟ ਜਿਹੜਾ ਲੋਕਾਂ ਨੂੰ ਮਿਲਿਆ, ਕਿਉਂਕਿ ਅਗਰ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ 11 ਰੁਪਏ 83 ਪੈਸੇ ਮੋਗਾ ਦੇ ਵਿੱਚ ਜਿਹੜਾ ਡੀਜ਼ਲ ਘਟ ਗਿਆ ਔਰ 5 ਰੁਪਏ 94 ਪੈਸੇ ਜਿਹੜਾ ਪੈਟਰੋਲ ਘਟ ਗਿਆ। ਆਮ ਲੋਕਾਂ ਨਾਲ ਗੱਲ ਕਰਦੇ ਆ ਵੀਰ ਜੀ, ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ ਦੀਵਾਲੀ ਦਾ ਇੱਕ ਤੋਹਫਾ ਦਿੱਤਾ ਗਿਆ ਕਿ ਜਿਹੜਾ ਪੈਟਰੋਲ ਡੀਜ਼ਲ ਦਾ ਰੇਟ ਬਹੁਤ ਵਧੀਆ ਕੀਤਾ ਜੀ। ਇਹ ਸੈਂਟਰ ਗਵਰਨਮੈਂਟ ਨੇ ਜੋ ਇਹਨਾਂ ਨੇ ਤੇਲ ਤੇ ਡੀਜ਼ਲ ਦੇ ਰੇਟ ਘਟਾਏ, ਪੈਟਰੋਲ ਦੇ ਰੇਟ ਘਟਾਏ ਆ, ਬਹੁਤ ਧੰਨਵਾਦ ਕਰਦੇ ਸੈਂਟਰ ਗਵਰਨਮੈਂਟ ਦਾ। ਅਸੀਂ ਜੇ ਕੁਝ ਰਾਹਤ ਸਾਨੂੰ ਮਿਲੂਗੀ, ਸਾਰਾ ਘਰ ਦਾ ਖਰਚਾ ਵਗੈਰਾ ਸਭ ਕੁਝ ਕੰਟਰੋਲ ਦੇ ਵਿੱਚ ਹੋ ਜਾਏਗਾ। ਇੰਨਾ ਰੇਟ ਘਟਾਤਾ ਇਹਨਾਂ ਨੇ, ਬਹੁਤ ਵਧੀਆ ਕੀਤਾ ਜੀ। ਜੋ ਉਪਰਾਲਾ ਕੀਤਾ ਮੋਦੀ ਸਾਹਿਬ ਨੇ ਜਾਂ ਬੀਜੇਪੀ ਸਰਕਾਰ ਨੇ, ਬਹੁਤ ਵਧੀਆ ਕੀਤਾ ਜੀ। ਪਹਿਲਾਂ ਰੋਜ਼ ਝਟਕਾ ਲੱਗਦਾ ਸੀ, 35-35 ਪੈਸੇ ਪੈਟਰੋਲ ਡੀਜ਼ਲ ਵੱਧਦਾ ਸੀਗਾ, ਅੱਜ ਕਿਤੇ ਮਸ਼ੀਨ ਦੇਖ ਕੇ ਕਿਤੇ ਖੁਸ਼ੀ ਜਾ ਰਹੀ ਹੈ, ਬਹੁਤ ਖੁਸ਼ੀ ਹੋ ਰਹੀ ਹੈ ਜੀ। ਕਿੱਥੇ 35 ਪੈਸੇ 1 ਰੁਪਏ ਕਰਕੇ ਕਿੱਥੇ ਇਹਨਾਂ ਨੇ ਸਾਰਾ ਰੇਟ ਯਕਦਮ 11 ਰੁਪਏ ਘਟਾਤਾ। ਇੰਨਾ ਰੇਟ ਘਟਾ ਕੇ ਤਾਂ ਬਹੁਤ ਜ਼ਿਆਦਾ ਹੀ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੇ ਹਾਂ। ਕੋਈ ਰਿਲੈਕਸ ਮਿਲਿਆ ਅੱਜ? ਬਹੁਤ ਜ਼ਿਆਦਾ ਰਿਲੈਕਸ ਮਿਲਿਆ ਜੀ। ਬਹੁਤ ਸਾਡੀ ਜੇਬ ਨੂੰ ਖਰਚਾ ਉਹ ਬਹੁਤ ਘਟ ਗਿਆ। ਬਿਲਕੁਲ ਲੋਕ ਖੁਸ਼ੀ ਤਾਂ ਜ਼ਾਹਿਰ ਕਰ ਰਹੇ ਆ ਕਿ ਜਿਹੜਾ ਪੈਟਰੋਲ ਡੀਜ਼ਲ ਦਾ ਰੇਟ ਘਟਿਆ। ਵੀਰ ਜੀ ਕੀ ਕਹੋਗੇ ਤੁਸੀਂ, ਕਿੰਨਾ ਕੁ ਫਰਕ ਪਿਆ? ਅੱਜ ਕਿਤੇ ਖੁਸ਼ੀ ਹੋਈ ਹੈ ਸਰਕਾਰ ਵੱਲੋਂ ਜਿਹੜਾ ਦੀਵਾਲੀ ਦਾ ਤੋਹਫਾ ਦਿੱਤਾ ਗਿਆ? ਹਾਂਜੀ ਸਰ, ਸਾਡੇ ਨਾਲ ਪਹਿਲਾਂ ਤਾਂ ਮੈਂ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਬੜੀ ਹੀ ਖੁਸ਼ੀ ਦੀ ਗੱਲ ਆ ਵੀ ਜਿਹੜਾ ਡੀਜ਼ਲ ਆ ਲਗਭਗ 12 ਰੁਪਏ ਅਤੇ ਪੈਟਰੋਲ ਲਗਭਗ 6 ਰੁਪਏ ਘਟਿਆ। ਬੜੀ ਹੀ ਖੁਸ਼ੀ ਦੀ ਗੱਲ ਹੈ ਤੇ ਮੈਂ ਸਰਕਾਰ ਨੂੰ ਅਪੀਲ ਕਰੂੰਗਾ ਵੀ ਡੀਜ਼ਲ ਤੇ ਪੈਟਰੋਲ ਦੇ ਜਿਹੜੇ ਰੇਟ ਆ ਕੁਝ ਹੋਰ ਘਟਾਏ ਜਾਣ ਤਾਂ ਕਿ ਜਿਹੜੀ ਬੇਸਿਕ ਜਿਹੜੀ ਮਹਿੰਗਾਈ ਆ ਉਹ ਘਟ ਸਕੇ, ਆਮ ਪਬਲਿਕ ਨੂੰ ਮਹਿੰਗਾਈ ਤੋਂ ਛੁਟਕਾਰਾ ਮਿਲ ਸਕੇ। ਇਹ ਜਿਹੜਾ ਉਪਰਾਲਾ ਸੈਂਟਰ ਸਰਕਾਰ ਦਾ ਕਾਬਿਲੇ ਤਾਰੀਫ ਆ, ਬੜੀ ਹੀ ਖੁਸ਼ੀ ਦੀ ਗੱਲ ਆ
ਜਿੰਨਾ ਵੀ ਇਹਨਾਂ ਨੇ ਕੀਤਾ, ਪਰ ਮੈਂ ਅਪੀਲ ਕਰੂੰਗਾ ਸਰਕਾਰ ਨੂੰ ਵੀ ਇਸ ਤੋਂ ਵੀ ਜ਼ਿਆਦਾ ਕੁਝ ਕੀਤਾ ਜਾਵੇ, ਹੋਰ ਜਿਹੜੇ ਡੀਜ਼ਲ ਪੈਟਰੋਲ ਦੇ ਰੇਟ ਘਟਾਏ ਜਾਣ। ਬਿਲਕੁਲ ਸਰਕਾਰਾਂ ਨੂੰ ਅਪੀਲ ਵੀ ਕਰਦੇ ਨੇ ਕਿ ਹੋਰ ਡੀਜ਼ਲ ਪੈਟਰੋਲ ਦੇ ਰੇਟ ਘਟਾਉਣ ਤਾਂ ਕਿ ਹੋਰ ਰਾਹਤ ਲੋਕਾਂ ਨੂੰ ਮਿਲ ਸਕੇ, ਆਮ ਲੋਕਾਂ ਨੂੰ। ਤੁਸੀਂ ਕੀ ਕਹੋਗੇ? ਦੀਵਾਲੀ ਅੱਜ ਦੀਵਾਲੀ ਦਾ ਤਿਉਹਾਰ ਹੈ ਤੇ ਕੇਂਦਰ ਸਰਕਾਰ ਲੋਕ ਕਹਿ ਰਹੇ ਨੇ ਕਿ ਰਾਹਤ ਤਾਂ ਜ਼ਰੂਰ ਮਿਲੀ ਹੈ, ਨਾਲ ਹੀ ਅਪੀਲ ਵੀ ਕਰ ਰਹੇ ਨੇ ਸੂਬਾ ਸਰਕਾਰ ਨੂੰ ਕਿ ਸੂਬਾ ਸਰਕਾਰ ਵੀ ਰੇਟ ਘਟਾਵੇ, ਕਿਤੇ ਨਾ ਕਿਤੇ ਹੋਰ ਰਾਹਤ ਦੀ ਮੰਗ ਲੋਕ ਕਰ ਰਹੇ ਨੇ। ਆਸ਼ੀਸ਼ ਵੀ ਸਾਡੇ ਸਹਿਯੋਗੀ ਬਰਨਾਲਾ ਤੋਂ ਜੁੜੇ ਨੇ। ਪਹਿਲਾਂ ਫਰੀਦਕੋਟ ਦਾ ਰੁਖ ਕਰਦੇ ਆ, ਨਰੇਸ਼ ਸੇਠੀ ਜੁੜੇ ਹੋਏ ਨੇ। ਨਰੇਸ਼, ਜੇ ਕੁਝ ਲੋਕਾਂ ਨਾਲ ਗੱਲ ਕਰ ਸਕੋ ਕਿ ਕਿੰਨੀ ਕੁ ਰਾਹਤ ਉਹਨਾਂ ਨੂੰ ਲੱਗਦੀ ਹੈ ਇਸ ਫੈਸਲੇ ਦੇ ਨਾਲ? ਹਰਸ਼, ਬਿਲਕੁਲ ਲਗਾਤਾਰ ਜੇ ਗੱਲ ਕਰੀਏ ਤਾਂ ਪਿਛਲੇ 1 ਮਹੀਨੇ ਤੋਂ ਲਗਾਤਾਰ ਰੇਟ ਵਧ ਰਹੇ ਸੀ। ਉਸ ਦੇ ਨਾਲ ਜਿਹੜਾ ਲੋਕਾਂ ਦਾ ਬਜਟ ਸੀ ਪੂਰੀ ਤਰ੍ਹਾਂ ਗੜਬੜਾ ਗਿਆ ਸੀ। ਪਰ ਜਿਹੜਾ ਹੁਣ ਕੇਂਦਰ ਸਰਕਾਰ ਨੇ ਇੱਕ ਰਾਹਤ ਦਿੱਤੀ ਹੈ, ਐਕਸਾਈਜ਼ ਡਿਊਟੀ ਘਟਣ ਦੇ ਨਾਲ 6 ਰੁਪਏ ਦੇ ਕਰੀਬ ਪੈਟਰੋਲ ਔਰ 12 ਰੁਪਏ ਦੇ ਕਰੀਬ ਡੀਜ਼ਲ ਘਟ ਗਿਆ, ਜਿਸ ਨਾਲ ਜੇ ਗੱਲ ਕਰੀਏ ਤਾਂ ਟਰਾਂਸਪੋਰਟਰ ਔਰ ਕਮਰਸ਼ੀਅਲ ਵਹੀਕਲਸ ਵਾਲਿਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਗੱਲ ਕਰਾਂਗੇ ਪੈਟਰੋਲ ਪੰਪ ਦੇ ਜਿਹੜੇ ਇੱਥੇ ਨੁਮਾਇੰਦੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰ, ਵੱਡੀ ਰਾਹਤ ਕੇਂਦਰ ਸਰਕਾਰ ਨੇ ਦਿੱਤੀ ਹੈ, 12 ਰੁਪਏ ਦੇ ਕਰੀਬ ਪੈਟਰੋਲ ਘਟ ਚੁੱਕਾ ਹੈ, ਡੀਜ਼ਲ ਘਟ ਚੁੱਕਾ ਹੈ। ਕਿਸ ਤਰ੍ਹਾਂ ਦੇਖਦੇ ਹੋ, ਲੋਕਾਂ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਮਿਲ ਰਿਹਾ? ਲੋਕਾਂ ਨੂੰ ਗਾਹਕ ਵੇਖ ਲਓ ਕਿੰਨਾ ਗਾਹਕ ਹੈਗਾ ਜੀ ਉਹਨਾਂ ਦਾ ਰੇਟ ਪਤਾ ਕਰਕੇ। ਨਹੀਂ, ਰੇਟ ਘਟਣ ਨਾਲ ਕੋਈ ਰਾਹਤ ਮਿਲੇਗੀ ਲੋਕਾਂ ਨੂੰ? ਕਿਉਂਕਿ ਹਾਂਜੀ ਰਾਹਤ ਤਾਂ ਮਿਲੂਗੀ ਜੀ, ਪੈਟਰੋਲ ਦੇ ਫਰਕ ਪਊਗਾ। ਕਿੰਨਾ ਰੇਟ ਘਟਿਆ ਹੁਣ? 5 ਰੁਪਏ 83 ਪੈਸੇ ਤਾਂ ਪੈਟਰੋਲ ਘਟ ਗਿਆ ਜੀ, ਤੇ 10 ਰੁਪਏ ਤੇ 11 ਰੁਪਏ 83 ਪੈਸੇ ਡੀਜ਼ਲ ਘਟ ਗਿਆ ਜੀ। ਬਿਲਕੁਲ, ਕੁਝ ਲੋਕ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰ, ਵੱਡੀ ਸਰਕਾਰ ਨੇ ਰਾਹਤ ਦਿੱਤੀ ਹੈ, 12 ਰੁਪਏ ਦੇ ਕਰੀਬ ਡੀਜ਼ਲ ਘਟ ਗਿਆ ਔਰ 6 ਰੁਪਏ ਦੇ ਕਰੀਬ ਜੇ ਗੱਲ ਕਰੀਏ ਤਾਂ ਪੈਟਰੋਲ ਘਟ ਗਿਆ। ਕਿਸ ਤਰ੍ਹਾਂ ਦੇਖਦੇ ਹੋ ਕੇਂਦਰ ਸਰਕਾਰ ਦੇ ਫੈਸਲੇ? ਹਾਂਜੀ, ਮੈਂ ਹੁਣੇ ਪੰਪ ਤੇ ਖੜਾ ਹੀ ਆ, ਤੇਲ ਪਾਉਣ ਹੀ ਆਇਆ। ਬਾਕੀ ਰੇਟ ਬਾਰੇ ਤੁਸੀਂ ਦੱਸਿਆ ਤੇ ਫਸਟ ਟਾਈਮ ਮੈਂ ਹੁਣ ਤੇਲ ਪਾਉਣ ਆਇਆ, ਪਤਾ ਲੱਗ ਜਾਏਗਾ ਕਿੰਨਾ ਯਾਨੀ ਕਿ ਰੇਟ ਕੀਤਾ। ਜਿਸ ਤਰ੍ਹਾਂ ਲੋਕ ਕਹਿ ਰਹੇ ਸੀ ਕਿ ਮਹਿੰਗਾਈ ਦੀ ਮਾਰ ਪੂਰੀ ਤਰ੍ਹਾਂ ਪੈ ਰਹੀ ਹੈ, ਸਾਰਿਆਂ ਦਾ ਬਜਟ ਹਿਲ ਚੁੱਕਾ ਸੀਗਾ, ਜੇ ਗੱਲ ਕਰੀਏ ਭਾਵੇਂ ਦੁਕਾਨਦਾਰ ਹੈ ਭਾਵੇਂ ਕੋਈ ਛੋਟਾ ਵਪਾਰੀ ਹੈ, ਉਸ ਨਾਲ ਹੁਣ ਕਿੰਨੀ ਕੁ ਰਾਹਤ ਮਿਲੇਗੀ? ਰਾਹਤ ਤਾਂ ਜੀ ਪੂਰੀ ਮਿਲ ਰਹੀ ਹੈ ਹੁਣ। ਜਿਸ ਤਰ੍ਹਾਂ ਤੇਲ ਸਸਤਾ ਹੋ ਰਿਹਾ, ਬਹੁਤ ਅੱਛੀ ਗੱਲ ਹੈ ਸਾਰੇ ਪਬਲਿਕ ਵਾਸਤੇ। ਬਾਕੀ ਹੋਰ ਵੀ ਠੀਕ ਹੋ ਰਿਹਾ ਕੰਮ, ਜੋ ਵੀ ਕੁਝ ਹੋ ਰਿਹਾ। ਕੁਝ ਹੋਰ ਲੋਕ ਵੀ ਜਿਹੜੇ ਪੈਟਰੋਲ ਪਾਉਣ ਆਏ ਨੇ। ਸਰ, ਤੁਸੀਂ ਪੈਟਰੋਲ ਪਾਉਣ ਆਏ ਹੋ, ਵੱਡੀ ਰਾਹਤ ਜਿਹੜੀ ਕੇਂਦਰ ਸਰਕਾਰ ਨੇ ਦਿੱਤੀ ਹੈ ਕਿ 12 ਰੁਪਏ ਡੀਜ਼ਲ ਔਰ 6 ਰੁਪਏ ਦੇ ਕਰੀਬ ਪੈਟਰੋਲ ਘਟ ਗਿਆ, ਕਿਸ ਤਰ੍ਹਾਂ ਦੇਖਦੇ ਹੋ ਕੇਂਦਰ ਸਰਕਾਰ ਦੇ? ਵਧੀਆ ਜੀ, ਇਹ ਤਾਂ ਬਹੁਤ ਵਧੀਆ ਕੰਮ ਕੀਤਾ ਹੈ। ਜ਼ਿਮੀਂਦਾਰਾਂ ਨੂੰ ਵੀ ਫਾਇਦਾ ਹੋਇਆ ਇਹਦੇ 'ਚ, ਤੇ ਸਾਰਿਆਂ ਨੂੰ ਵੀ ਫਾਇਦਾ, ਪੈਟਰੋਲ ਦਾ ਵੀ ਫਾਇਦਾ, ਡੀਜ਼ਲ ਦਾ ਵੀ ਫਾਇਦਾ। ਕਿਸਾਨਾਂ ਦੀ ਗੱਲ ਕਰੀਏ ਤਾਂ ਹੁਣ ਜਿਹੜੀ ਨਵੀਂ ਫਸਲ ਦੀ ਬਿਜਾਈ ਹੋਣੀ ਸੀ, ਡੀਜ਼ਲ ਦੀ ਖਪਤ ਵਧਣੀ ਸੀਗੀ, ਕਿਸ ਤਰ੍ਹਾਂ ਦੀ ਰਾਹਤ ਉਹਨਾਂ ਨੂੰ ਹੁਣ ਮਿਲ ਸਕਦੀ ਹੈ? ਕਿਉਂਕਿ 12 ਰੁਪਏ ਦੇ ਕਰੀਬ ਹੁਣ ਲਗਭਗ ਜਿਹੜਾ ਫਰਕ ਪੈ ਜੂ ਜੀ ਨਾ, ਇੱਕ ਡਰਮ ਮਗਰ 1200 ਦਾ 2400 ਦਾ ਫਰਕ ਪੈ ਗਿਆ। ਦੂਰ ਕੀ ਰਾਹਤ ਚਾਹੀਦੀ ਹੈ। ਹੋਰ ਸਟੇਟਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਸਟੇਟਾਂ ਨੇ ਵੀ ਆਪਦਾ ਵੈਟ ਘਟਾ ਕੇ ਜਿਹੜਾ ਹੋਰ ਪੈਟਰੋਲ ਡੀਜ਼ਲ ਦਾ ਰੇਟ ਘਟਾਇਆ, ਤੁਸੀਂ ਮੰਨਦੇ ਹੋ ਕਿ ਪੰਜਾਬ ਨੂੰ ਵੀ ਅਜਿਹਾ ਫੈਸਲਾ ਲੈਣਾ ਚਾਹੀਦਾ? ਜ਼ਰੂਰ ਚਾਹੀਦਾ। ਬਿਲਕੁਲ ਅਰਸ਼, ਲੋਕਾਂ ਦੇ ਚਿਹਰਿਆਂ ਤੇ ਇਸ ਵੇਲੇ ਖੁਸ਼ੀ ਜ਼ਰੂਰ ਦੇਖੀ ਜਾ ਸਕਦੀ ਹੈ, ਕਿਉਂਕਿ 12 ਰੁਪਏ ਡੀਜ਼ਲ ਔਰ 6 ਰੁਪਏ ਦੇ ਕਰੀਬ ਪੈਟਰੋਲ ਘਟਣਾ ਬਹੁਤ ਵੱਡੀ ਰਾਹਤ ਜਿਹੜੀ ਹੈ ਕਮਰਸ਼ੀਅਲ ਔਰ ਜਿਹੜੇ ਟਰਾਂਸਪੋਰਟ ਹੈ ਉਹਨਾਂ ਨੂੰ ਵੱਡੀ ਰਾਹਤ ਨੂੰ ਇਸ ਦੇ ਨਾਲ ਰਾਹਤ ਮੰਨ ਰਹੇ ਨੇ। ਨਾਲ ਹੀ ਸੂਬਾ ਸਰਕਾਰ ਨੂੰ ਵੀ ਅਪੀਲ ਕਰ ਰਹੇ ਨੇ ਕਿ ਰੇਟ ਹੈ ਜਿਹੜਾ ਉਹ ਹੋਰ ਸੂਬਾ ਸਰਕਾਰ ਵੀ ਘਟਾਵੇ। ਸੁਰਿੰਦਰ ਕੰਬੋਜ ਦਾ ਰੁਖ ਕਰ ਲੈਂਦੇ ਆ ਜਲੰਧਰ ਦੇ ਵਿੱਚ। ਸੁਰਿੰਦਰ, ਕੀ ਕੁਝ ਤਸਵੀਰਾਂ ਨੇ, ਲੋਕਾਂ ਦੇ ਨਾਲ ਗੱਲ ਕਰ ਸਕੋ ਕਿ ਕਿੰਨੀ ਕੁ ਰਾਹਤ ਉਹਨਾਂ ਨੂੰ ਲੱਗ ਰਹੀ ਹੈ ਇਸ ਫੈਸਲੇ ਦੇ ਨਾਲ? ਬਿਲਕੁਲ ਅਰਸ਼ਦੀਪ, ਜਿੱਦਾਂ ਕਿ ਜਲੰਧਰ ਦੇ ਪੈਟਰੋਲ ਪੰਪ ਤੇ ਅਸੀਂ ਖੜੋਤੇ ਹਾਂ ਔਰ ਅੱਜ ਕੇਂਦਰ ਸਰਕਾਰ ਵੱਲੋਂ ਵੱਡੀ ਰਾਹਤ ਜਿਹੜੀ ਹੈ ਉਹ ਦਿੱਤੀ ਗਈ ਹੈ। 10 ਰੁਪਏ ਦੇ ਕਰੀਬ ਡੀਜ਼ਲ ਜਿਹੜਾ ਹੈਗਾ ਉਹਦਾ ਐਕਸਾਈਜ਼ ਡਿਊਟੀ ਘਟਾਈ ਗਈ ਹੈ ਔਰ 5 ਰੁਪਏ ਦੇ ਕਰੀਬ ਜਿਹੜਾ ਪੈਟਰੋਲ ਹੈਗਾ, ਪੈਟਰੋਲ ਦੀ ਐਕਸਾਈਜ਼ ਡਿਊਟੀ ਘਟਾਈ ਹੈ ਔਰ ਇਸ ਵੇਲੇ 105 ਰੁਪਏ ਪੈਟਰੋਲ ਦਾ ਰੇਟ ਹੋ ਗਿਆ ਤੇ 88 ਰੁਪਏ 75 ਪੈਸੇ ਦੇ ਕਰੀਬ ਡੀਜ਼ਲ ਦਾ ਰੇਟ ਜਿਹੜਾ ਹੈਗਾ ਉਹ ਹੋ ਗਿਆ। ਲੋਕ ਹੈਗੇ ਨੇ ਕੁਝ, ਉਹਨਾਂ ਨਾਲ ਗੱਲ ਕਰਾਂਗੇ। ਸਰ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਘਟਾਈਆਂ ਗਈਆਂ, ਐਕਸਾਈਜ਼ ਡਿਊਟੀ ਘਟਾਈ ਹੈ, ਕਿੱਦਾਂ ਦੇਖਦੇ ਹੋ? ਕਿੰਨੀ ਕੁ ਰਾਹਤ ਮਿਲੀ ਹੈ? ਰਾਹਤ ਕੁਛ ਨਹੀਂ ਮਿਲੀ, ਬਹੁਤ ਪੈਟਰੋਲ ਬਹੁਤ ਮਹਿੰਗਾ ਹੋ ਰਿਹਾ, ਲੋਕਾਂ ਨੂੰ ਬਹੁਤ ਦਿੱਕਤ ਹੋ ਰਹੀ ਹੈ। ਨਹੀਂ, ਅੱਜ ਜਿਹੜਾ ਕੇਂਦਰ ਸਰਕਾਰ ਵੱਲੋਂ 5 ਰੁਪਏ ਘਟਾਇਆ ਗਿਆ ਪੈਟਰੋਲ ਤੇ, 10 ਰੁਪਏ ਡੀਜ਼ਲ ਵੀ ਘਟਾਤਾ ਗਿਆ, ਉਹਨੂੰ ਕਿੱਦਾਂ ਦੇਖਦੇ? ਉਹ ਹਾਲਾਤਾਂ ਦੇ ਬਾਵਜੂਦ ਅੱਜ ਦਾ ਸਹੀ ਹੈ। ਜੋ ਅੱਗੇ ਦੇ ਆਉਣ ਵਾਲੇ ਹਾਲਾਤ ਹੈ ਉਹ ਬਹੁਤ ਚਾਹੀਦਾ। ਕੇਂਦਰ ਸਰਕਾਰ ਦੇ ਨਾਲ ਨਾਲ ਸੂਬਾ ਸਰਕਾਰ ਨੂੰ ਵੀ ਚਾਹੀਦਾ ਰੇਟ ਘਟਾਉਣਾ ਚਾਹੀਦਾ। ਹਾਂਜੀ, ਇਹ ਚਾਹੀਦਾ, ਸਭ ਕੁਝ ਚਾਹੀਦਾ ਹੈ। ਇਹ ਕੁਝ ਹੋਰ ਲੋਕ ਵੀ ਹੈਗੇ ਨੇ ਭਾਜੀ। ਤੇਲ ਦੀਆਂ ਕੀਮਤਾਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਘਟਾਈਆਂ ਗਈਆਂ, 5 ਰੁਪਏ ਪੈਟਰੋਲ ਦੇ ਘਟਾਏ ਗਏ, 10 ਰੁਪਏ ਡੀਜ਼ਲ ਦੇ ਘਟਾਏ, ਕਿੱਦਾਂ ਦੇਖਦੇ ਹੋ ਇਹਨੂੰ? ਦੇਖਣਾ ਕੀ ਆ ਜੀ, ਹੁਣ ਜਿਹੜੇ ਘਟ ਗਏ ਸ਼ੁਕਰ ਆ ਰੱਬ ਦਾ, ਘਟ ਗਏ ਆ, ਬਹੁਤ ਜ਼ਿਆਦਾ ਵੱਧ ਗਏ ਸੀਗੇ ਅੱਗੇ ਕੁਛ ਗਰੰਟੀ। ਮੈਮ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਹੈਗੀਆਂ ਉਹ ਘਟਾਈਆਂ ਗਈਆਂ, ਕਿੱਦਾਂ ਦੇਖਦੇ ਹੋ? ਬਹੁਤ ਤੇਲ ਦਾ ਰੇਟ ਜਿਹੜਾ ਸੀਗਾ ਉਹ ਵੱਧ ਰਿਹਾ ਸੀਗਾ, ਇਹਨੂੰ ਕਿੱਦਾਂ ਤੁਸੀਂ ਦੇਖਦੇ ਹੋ? ਦੱਸੋ ਨਾ, ਤੇਲ ਦੀ ਕੀਮਤ ਜਿਹੜੀ ਹੈਗੀ ਉਹ ਘਟੀ ਹੈਗੀ ਆ, ਕੇਂਦਰ ਸਰਕਾਰ ਨੇ ਤੋਹਫਾ ਦਿੱਤਾ ਇੱਕ ਦੀਵਾਲੀ ਤੇ ਆਮ ਜਨਤਾ ਨੂੰ, ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ? ਵਧੀਆ ਲੱਗਾ ਜੀ ਉਹਨਾਂ ਨੇ ਤੇਲ ਦਾ ਘਟਾਇਆ ਰੇਟ ਤਾਂ ਚਾਹੀਦਾ। ਕੇਂਦਰ ਸਰਕਾਰ ਦੇ ਨਾਲ ਨਾਲ ਸੂਬਾ ਸਰਕਾਰ ਨੂੰ ਵੀ ਚਾਹੀਦਾ ਤੇਲ ਦੇ ਰੇਟ ਘਟਾਉਣੇ ਚਾਹੀਦੇ। ਹਾਂਜੀ, ਇਹ ਤਾਂ ਹੈ, ਘਟਾਣੇ ਚਾਹੀਦੇ ਉਹਨਾਂ ਨੂੰ ਵੀ।
ਤਿਉਹਾਰੀ ਸੀਜ਼ਨ ਹੈਗਾ, ਜੋ ਦੀਵਾਲੀ ਦਾ ਤਿਉਹਾਰ ਹੈਗਾ, ਕਿਤੇ ਨਾ ਕਿਤੇ ਰਾਹਤ ਮਿਲੀ ਹੈਗੀ ਹੈ ਇਸ ਰੇਟ ਘਟਣ ਦੇ ਨਾਲ? ਇੰਨਾ ਨਹੀਂ ਵਾਲਾ ਮੈਨੂੰ। ਬਿਲਕੁਲ ਅਸ਼ਰੀਫ, ਜਿੱਦਾਂ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਹੈਗੀ ਹੈ, ਔਰ ਨਾਲ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਵੀ ਸੂਬਾ ਸਰਕਾਰ ਨੂੰ ਵੀ ਤੇਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਜਿਹੜੀ ਹੈਗੀ ਉਹ ਕਰਨੀ ਚਾਹੀਦੀ, ਜਿਵੇਂ ਕਿ ਜਿੱਥੇ ਬੀਜੇਪੀ ਦੇ ਸ਼ਾਸਿਤ ਸੂਬੇ ਹੈਗੇ, ਅੱਜ ਹਰਿਆਣੇ ਦੇ ਵਿੱਚ ਵੀ 7 ਰੁਪਏ ਜਿਹੜਾ ਹੈਗਾ ਆ ਡੀਜ਼ਲ ਦਾ ਰੇਟ ਘਟਾ ਦਿੱਤਾ ਗਿਆ, ਔਰ ਬਸ ਕਰਨਾ 7 ਰੁਪਏ ਪੈਟਰੋਲ ਦਾ ਰੇਟ ਜਿਹੜਾ ਹੈਗਾ ਉਹ ਘਟਾਇਆ ਗਿਆ, ਤੇ 2 ਰੁਪਏ ਜਿਹੜਾ ਡੀਜ਼ਲ ਦਾ ਰੇਟ ਘਟਾਇਆ ਗਿਆ। ਉਹਦੇ ਨਾਲ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਵੀ ਜਿਹੜੇ ਪੈਟਰੋਲ ਤੇ ਡੀਜ਼ਲ ਦੇ ਕੀਮਤਾਂ ਹੈਗੀਆਂ ਉਹਦੇ 'ਚ ਐਕਸਾਈਜ਼ ਡਿਊਟੀ ਘੱਟ ਕਰਕੇ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀ ਹੈਗੀ ਉਹ ਰਾਹਤ ਦੇਵੇ ਸਰਕਾਰ, ਤਾਂ ਕਿ ਜਿਹੜੇ ਦਿਨ ਤਿਉਹਾਰ ਜਿਹੜੇ ਅੱਜ ਆ ਰਹੇ ਦੀਵਾਲੀ ਤੇ ਕੁਝ ਨਾ ਕੁਝ ਰਾਹਤ ਤਾਂ ਜ਼ਰੂਰ ਮਿਲੀ ਹੈ, ਪਰ ਹੋਰ ਵੀ ਲੋਕ ਚਾਹੁੰਦੇ ਨੇ ਕਿ ਹੋਰ ਰਾਹਤ ਉਹਨਾਂ ਨੂੰ ਮਿਲੇ, ਕਿਉਂਕਿ ਹਰ ਚੀਜ਼ ਤੇ ਅਸਰ ਪੈਂਦਾ ਹੈ, ਖਰਚਾ ਲੋਕਾਂ ਦਾ ਵੱਧਦਾ ਹੈ। ਤੇ ਆਸ਼ੀਸ਼ ਸਾਡੇ ਸਹਿਯੋਗੀ ਬਰਨਾਲਾ ਤੋਂ ਜੁੜੇ ਹੋਏ ਨੇ, ਬਰਨਾਲਾ ਦੀ ਸਥਿਤੀ ਵੀ ਜਾਣ ਲੈਣੇ। ਆਸ਼ੀਸ਼, ਜੇ ਲੋਕਾਂ ਨਾਲ ਗੱਲਬਾਤ ਕਰ ਸਕੋ, ਕਿਵੇਂ ਦੇਖ ਰਹੇ ਨੇ ਕੇਂਦਰ ਸਰਕਾਰ ਦੇ ਫੈਸਲੇ ਨੂੰ? ਜੀ ਮੈਂ ਦੱਸਣਾ ਚਾਹੂੰਗਾ, ਜਿੱਥੇ ਦੀਵਾਲੀ ਤੋਂ ਪਹਿਲਾਂ ਲਗਾਤਾਰ ਦਿਨੋਂ ਦਿਨ ਤੇਲ ਦੀ ਕੀਮਤਾਂ ਵੱਧਦੇ ਜਾ ਰਹੀ ਸੀ, ਪਰ ਆਮ ਲੋਕਾਂ ਵਾਸਤੇ ਇੱਕ ਚਿੰਤਾ ਦਾ ਕਾਰਨ ਬਣਿਆ ਹੋਇਆ, ਕਿਉਂਕਿ ਤਿਉਹਾਰਾਂ ਦਾ ਦਿਨ ਹੈ ਤੇ ਇੱਕ ਪਾਸੇ ਝੋਨੇ ਦੀ ਕਟਾਈ ਵੀ ਚੱਲ ਰਹੀ ਹੈ, ਮੰਡੀਆਂ ਵਿੱਚ ਕਿਸਾਨ ਬੈਠੇ ਨੇ। ਹਾਲਾਂਕਿ ਇਹ ਦੀਵਾਲੀ ਦਾ ਦਿਨ ਹੈ, ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਜੋ ਤੋਹਫਾ ਦਿੱਤਾ ਗਿਆ ਉਸ ਨੂੰ ਲੈ ਕੇ ਜ਼ਰੂਰ ਇੱਕ ਵੱਡੀ ਖੁਸ਼ੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਸਾਡੇ ਨਾਲ ਆਮ ਸੰਤਾਨਿਕ ਲੋਕ ਵੀ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਸਰ, ਜਿਵੇਂ ਗੱਲ ਕਰੀਏ, ਲਗਾਤਾਰ ਤੇਲ ਦੀ ਕੀਮਤਾਂ ਵੱਧਦੀਆਂ ਆ ਰਹੀਆਂ ਸੀ, ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਡੀਜ਼ਲ ਤੇ ਪੈਟਰੋਲ ਦੀ ਕੀਮਤਾਂ ਘਟਾਈ ਹੈ, ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਲੈ ਕੇ? ਬਹੁਤ ਵਧੀਆ ਹੋ ਗਿਆ ਜੀ। ਪਹਿਲਾਂ ਬਹੁਤ ਜ਼ਿਆਦਾ ਮਹਿੰਗਾਈ ਵੱਧ ਰਹੀ ਸੀਗੀ, ਹੁਣ ਪਹਿਲਾਂ 110 ਰੁਪਏ ਲੀਟਰ ਤੇਲ ਹੋ ਚੁੱਕਿਆ ਸੀ, ਹੁਣ 105 ਰੁਪਏ ਰਹਿ ਗਿਆ। 5 ਰੁਪਏ ਲੀਟਰ ਘਟਣ ਨਾਲ ਇਸ ਤੇ ਟਰਾਂਸਪੋਰਟੇਸ਼ਨ ਦਾ ਵੀ ਮਹਿੰਗਾਈ ਤੇ ਵੀ ਥੋੜਾ ਜਿਹਾ ਅਸਰ ਹੋਊਗਾ, ਮਹਿੰਗਾਈ ਘਟੇਗੀ ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਸੀਗੀ। ਜਿਸ ਤਰ੍ਹਾਂ ਅੱਜ ਕੱਲ੍ਹ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਲੱਗਦਾ ਕਿ ਕਿਸਾਨਾਂ ਵਾਸਤੇ ਵੀ ਇਹ ਰਾਹਤ ਦਾ ਸਮਾਂ ਆਵੇਗੀ, ਜਿਵੇਂ ਤੇਲ ਦੀ ਕੀਮਤਾਂ ਵੱਧਦੀਆਂ ਆ ਰਹੀਆਂ ਸੀ। ਬਿਲਕੁਲ ਵੀਰ ਜੀ, ਬਹੁਤ ਫਰਕ ਪਊਗਾ ਜੀ, ਕਿਸਾਨੀ ਤੇ ਵੀ ਹਰ ਇੱਕ ਚੀਜ਼ ਦੀ ਅਸਰ ਪਊਗਾ ਇਹਦਾ। ਮੰਨ ਲਓ ਜਿਵੇਂ ਵੀਰ ਜੀ ਉਹਨਾਂ ਨੇ ਦੱਸ ਕੇ ਹਟਿਆ, ਟਰਾਂਸਪੋਰਟੇਸ਼ਨ ਦੇ ਨਾਲ ਮਤਲਬ ਹਰ ਇੱਕ ਚੀਜ਼ ਮਹਿੰਗੀ ਹੋਈ ਪਈ ਸੀਗੀ, ਰਸੋਈ ਦੀਆਂ ਸਭ ਕਾਸੇ ਦੀਆਂ ਕੀਮਤਾਂ ਤੋਂ ਮਤਲਬ ਇਹਨਾਂ ਨੂੰ ਵਿੱਚ ਲਾ ਕੇ ਤੇ ਹਰ ਇੱਕ ਚੀਜ਼ ਦੇ ਉੱਤੇ ਹੀ ਇਹ ਡੀਜ਼ਲ ਤੇ ਪੈਟਰੋਲ ਦੇ ਨਾਲ ਕੁਛ ਰਾਹਤ ਹੋਊਗੀ, ਕਾਫੀ ਫਰਕ ਪਊਗਾ। ਜੇ ਗੱਲ ਕਰੀਏ ਜਿਵੇਂ ਕਿੰਨਾ ਕੁ ਫਰਕ ਸੀ ਤੇਲ ਦੀ ਕੀਮਤ, ਕਿੰਨਾ ਕੁ ਅੱਜ ਫਰਕ ਦੇਖਣ ਨੂੰ ਮਿਲ ਰਿਹਾ ਤੇ ਕਿੰਨਾ ਕੁ ਖੁਸ਼ੀ ਲੱਗ ਰਹੀ ਹੈ ਅੱਜ? ਸਰ 6 ਰੁਪਏ ਵਾਂਗੂ ਪੈਟਰੋਲ ਘਟ ਗਿਆ ਤੇ 12 ਰੁਪਏ ਵਾਂਗੂ ਡੀਜ਼ਲ ਘਟ ਗਿਆ ਜੀ, ਤੇ ਬਹੁਤ ਕਾਫੀ ਹੱਦ ਤੱਕ ਲੋਕਾਂ ਨੂੰ ਠੀਕ ਰਿਹਾ ਹੋਊਗਾ। ਮਤਲਬ ਲੋਕ ਇੰਨੇ ਔਖੇ ਸੀਗੇ, ਮਤਲਬ ਹਰ ਡੇਲੀ ਰੇਟ ਵਧੀ ਜਾਂਦੇ ਸੀਗੇ ਪ੍ਰੋਪਰ, ਮਤਲਬ ਇਸ ਦਾ ਸਾਨੂੰ ਗੁੱਸਾ ਕਰਦੇ ਸੀ, ਲੱਗਦਾ ਵੀ ਤੁਸੀਂ ਵੀ ਰੇਟ ਵਧਾਈ ਜਾਂਦੇ ਹੋ, ਹੈਰਾਨ ਵਹਿਣ ਹੁੰਦੀ ਸੀਗੀ। ਹੁਣ ਥੋੜਾ ਲੋਕਾਂ ਨੂੰ ਰਾਹਤ ਮਿਲ ਜੂ ਵੀ ਥੋੜਾ ਘਟ ਗਿਆ ਰੇਟ, ਹੁਣ ਲੋਕਾਂ ਨੂੰ ਉਮੀਦ ਹੋ ਗਈ ਵੀ ਸ਼ਾਇਦ ਕੱਲ ਤੋਂ ਵੀ ਸ਼ਾਇਦ ਮਾੜਾ ਮਾੜਾ ਫਰਕ ਪਵੇ, ਘਟੇ ਮਤਲਬ ਲੱਗਦਾ ਕਿ ਜਿਵੇਂ ਅੱਜ ਦੀਵਾਲੀ ਦਾ ਦਿਨ ਹੈ ਕਿ ਸਾਰੇ ਸਿੱਖ ਤੋਹਫਾ ਦਿੱਤਾ ਗਿਆ ਤੇ ਤੋਹਫਾ ਮਿਲਿਆ ਹੈਗਾ। ਹਾਂ, ਦੀਵਾਲੀ ਦਾ ਤੋਹਫਾ ਦਿੱਤਾ ਸਰਕਾਰ ਨੇ, ਲਾ ਲਓ, ਬਾਕੀ ਕੱਲ ਨੂੰ ਪਤਾ ਲੱਗ ਜੂ ਜੀ ਹੋਰ ਕੱਲ ਨੂੰ ਕੀ ਘਟ ਰਿਹਾ ਕਿ ਵਧ ਰਿਹਾ। ਸੱਚੀ ਗੱਲ ਆ, ਵਧੀਆ ਜੇ ਘਟੇ ਦੀ ਆਮ ਕਿਉਂ ਜ਼ਰੂਰਤ ਹੈ ਡੇਲੀ ਜੀ, ਪੈਟਰੋਲ ਡੀਜ਼ਲ ਤਾਂ ਆਮ ਬੰਦੇ ਨੂੰ ਚਾਹੀਦਾ ਜੀ, ਸਕੂਟਰ ਮੋਟਰਸਾਈਕਲ ਕਾਰ ਵਗੈਰਾ ਸਭ ਚਾਹੀਦਾ ਹੀ ਹੈ ਜੀ। ਸਰਕਾਰੀ ਪੰਜਾਬ ਸਰਕਾਰ ਵੱਲੋਂ ਵੀ ਇਹਨੂੰ ਹੋਰ ਬੈਟ ਘਟਾ ਕੇ ਇਹਨੂੰ ਘਟਾਇਆ ਜਾ ਸਕਦਾ। ਹਾਂ, ਹੋਰ ਘਟਾਇਆ ਜਾਵੇ ਜੀ, ਘੱਟੋ ਘੱਟ 100 ਤੋਂ ਨੀਚੇ ਜਾਣਾ ਚਾਹੀਦਾ ਜੀ, ਜਿੱਥੇ ਡੀਜ਼ਲ ਵੀ ਪੈਟਰੋਲ ਵੀ ਨੈਚੁਰਲੀ ਗੱਲ ਆ, ਕਿਉਂ ਇਹ ਬਹੁਤ ਨਜਾਇਜ਼ ਰੇਟ ਵਧ ਗਈ ਜੀ ਇੱਕ ਸਾਲ 'ਚ ਜੀ। ਅਸੀਂ ਜਿਵੇਂ ਲੋਕਾਂ ਵਿੱਚ ਰਾਹਤ ਦਾ ਦੇਖਣ ਨੂੰ ਮਿਲ ਰਿਹਾ, ਜ਼ਰੂਰ ਇਹਨੇ ਖੁਸ਼ੀ ਵੀ ਮਿਲ ਰਹੀ ਹੈ। ਜਿੱਥੇ ਦੀਵਾਲੀ ਦਾ ਤਿਉਹਾਰ ਹੈ, ਇੱਕ ਪਾਸੇ ਜਦੋਂ ਲਗਾਤਾਰ ਤੇਲ ਦੀ ਕੀਮਤਾਂ ਵੱਧਦੀਆਂ ਆ ਰਹੀ ਸੀ, ਲੋਕਾਂ ਨੂੰ ਚਿੰਤਾ ਕਰਨ ਸੀ, ਹੁਣ ਇਹਨਾਂ ਨੂੰ ਇੱਕ ਜ਼ਰੂਰ ਇੱਕ ਆਸ ਦਿਖਦੀ ਹੈ ਕਿ ਜਿੱਥੇ ਅੱਜ ਤੇਲ ਦੀ ਕੀਮਤਾਂ ਘਟੀਆਂ ਤਾਂ ਇਹਨਾਂ ਨੂੰ ਇੱਕ ਆਸ ਹੈ ਕਿ ਆਉਣ ਵਾਲੇ ਦਿਨਾਂ 'ਚ ਤੇਲ ਦੀ ਕੀਮਤਾਂ ਹੋਰ ਘਟ ਸਕਦੀਆਂ ਨੇ ਜੀ। ਜੀ ਬਿਲਕੁਲ ਆਸ਼ੀਸ਼, ਜਿਵੇਂ ਲੋਕ ਕਹਿ ਰਹੇ ਨੇ ਕਿ ਦੀਵਾਲੀ ਤੇ ਤੋਹਫਾ ਮਿਲਿਆ ਹੈ, ਬਿਲਕੁਲ ਇਸ ਦੇ ਨਾਲ ਹਰ ਚੀਜ਼ ਤੇ ਰਾਹਤ ਮਿਲੇਗੀ, ਤੇ ਕਿਤੇ ਨਾ ਕਿਤੇ ਡਰ ਵੀ ਲੋਕਾਂ ਦੇ ਮਨ 'ਚ ਦੇਖਣ ਨੂੰ ਮਿਲ ਰਿਹਾ ਹੈ ਕਿ ਕੱਲ ਨੂੰ ਅਜੇ ਦੇਖਾਂਗੇ ਕਿ ਕੀਮਤ ਵੱਧਦੀ ਹੈ ਜਾਂ ਹੋਰ ਘਟਦੀ ਹੈ, ਕੀ ਦੇਖਣ ਨੂੰ ਮਿਲਦਾ ਹੈ। ਤਾਂ ਲੋਕਾਂ 'ਚ ਅਜੇ ਵੀ ਡਰ ਹੈ ਕਿ ਜਿਸ ਕਿਸਮ ਦੇ ਨਾਲ ਰੋਜ਼ ਕੀਮਤਾਂ ਵੱਧਦੀਆਂ ਨੇ 35-35 ਪੈਸੇ ਕਰਕੇ, ਦੇਖਣਾ ਹੋਏਗਾ ਕਿ ਉਸ ਦੇ ਉੱਤੇ ਹੁਣ ਰੋਕ ਲੱਗਦੀ ਹੈ ਜਾਂ ਨਹੀਂ। ਫਿਲਹਾਲ ਪੈਟਰੋਲ ਤੇ ਡੀਜ਼ਲ ਦੇ ਰੇਟ ਦੇ ਵਿੱਚ ਕਟੌਤੀ ਕੀਤੀ ਗਈ ਹੈ, ਹਰਿਆਣਾ ਨੇ ਵੀ ਕਟੌਤੀ ਕਰ ਦਿੱਤੀ ਹੈ, ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਅਜੇ ਕੋਈ ਐਲਾਨ ਨਹੀਂ ਹੋਇਆ। ਤਾਂ ਵੱਖ-ਵੱਖ ਥਾਵਾਂ ਦੀਆਂ ਅਸੀਂ ਤਸਵੀਰਾਂ ਵਿਖਾਈਆਂ, ਲੋਕਾਂ ਦੇ ਨਾਲ ਗੱਲਬਾਤ ਕੀਤੀ। ਦੀਪਕ ਸਿੰਘਲਾ ਸਾਡੇ ਸਹਿਯੋਗੀ ਮੋਗਾ ਤੋਂ ਜੁੜੇ, ਦੀਪਕ ਤੁਹਾਡਾ ਧੰਨਵਾਦ। ਫਰੀਦਕੋਟ ਤੋਂ ਨਰੇਸ਼ ਸੇਠੀ ਨੇ ਤਸਵੀਰਾਂ ਵਿਖਾਈਆਂ, ਨਰੇਸ਼ ਤੁਹਾਡਾ ਵੀ ਧੰਨਵਾਦ। ਆਸ਼ੀਸ਼ ਬਰਨਾਲਾ ਤੋਂ ਤੇ ਸੁਰਿੰਦਰ ਜਲੰਧਰ ਤੋਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸਨ, ਤੁਹਾਡਾ ਸ਼ੁਕਰੀਆ। ਤਾਂ ਪੈਟਰੋਲ ਤੇ ਡੀਜ਼ਲ ਦੇ ਵਿੱਚ ਕਟੌਤੀ ਕੀਤੀ ਗਈ ਹੈ, ਕੀਮਤਾਂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ। ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਰਾਹਤ ਮਿਲੇਗੀ ਜਾਂ ਨਹੀਂ, ਪੰਜਾਬ ਸਰਕਾਰ ਕੋਈ ਰਾਹਤ ਦੇਏਗੀ, ਆਪਣੇ ਵੱਲੋਂ ਵੈਟ ਘਟਾਏਗੀ, ਕਟੌਤੀ ਕਰੇਗੀ, ਕਿਉਂਕਿ ਲੋਕ ਕਹਿੰਦੇ ਨਜ਼ਰ ਆਏ ਨੇ ਕਿ 100 ਤੋਂ ਹੇਠਾਂ ਜਿਹੜੀ ਕੀਮਤ ਹੈ ਉਹ ਹੋਣੀ ਚਾਹੀਦੀ ਹੈ, ਲੋਕਾਂ ਨੂੰ ਤਾਂ ਹੀ ਕੋਈ ਰਾਹਤ ਹੈ ਜਿਹੜੀ ਸਹੀ ਤਰੀਕੇ ਨਾਲ ਮਿਲੇਗੀ।
ਤਾਂ ਪੰਜਾਬ ਦੇ ਵਿੱਚ ਵੀ ਵੈਟ ਘਟਾਉਣ ਦੀ ਮੰਗ ਉੱਠ ਰਹੀ ਹੈ। ਹੁਣ ਅਕਾਲੀ ਦਲ ਨੇ ਚੰਨੀ ਸਰਕਾਰ ਤੋਂ ਮੰਗ ਕੀਤੀ ਹੈ। ਪੰਜਾਬ ਦੇ ਲੋਕਾਂ ਨੂੰ ਵੀ ਰਾਹਤ ਦੇਣ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਪੈਟਰੋਲ ਤੇ ਡੀਜ਼ਲ ਤੇ ਸਰਕਾਰ ਨੂੰ ਵੈਟ ਘਟਾਉਣਾ ਚਾਹੀਦਾ ਹੈ। ਅਕਾਲੀ ਦਲ ਨੇ ਇਹ ਅਪੀਲ ਕੀਤੀ ਹੈ, ਚੰਨੀ ਸਰਕਾਰ ਨੂੰ ਮੰਗ ਕੀਤੀ ਹੈ ਕਿ ਸੂਬੇ ਦੇ ਵਿੱਚ ਵੀ ਵੈਟ ਘਟਾਇਆ ਜਾਵੇ ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੋਂ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਰਾਹਤ ਦਿੱਤੀ ਜਾਏ। ਕੇਂਦਰ ਸਰਕਾਰ ਨੇ ਤਾਂ ਰੇਟ ਘਟਾਏ ਨੇ, ਪਰ ਪੰਜਾਬ ਸਰਕਾਰ ਨੇ ਕੋਈ ਰਾਹਤ ਅਜੇ ਤੱਕ ਨਹੀਂ ਐਲਾਨੀ, ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਨੇ ਵੀ ਮੰਗ ਚੁੱਕੀ ਹੈ। ਅਕਾਲੀ ਆਗੂ ਦਲਜੀਤ ਚੀਮਾ ਨੇ ਟਵੀਟ ਕੀਤਾ ਤੇ ਲਿਖਿਆ ਕਿ ਪੈਟਰੋਲ ਤੇ 5 ਰੁਪਏ ਤੇ ਡੀਜ਼ਲ ਤੇ 10 ਰੁਪਏ ਐਕਸਾਈਜ਼ ਡਿਊਟੀ ਘਟਾ ਕੇ ਕੇਂਦਰ ਨੇ ਵਧੀਆ ਕੰਮ ਕੀਤਾ ਹੈ, ਪਰ ਇਸ ਵੱਲ ਹੋਰ ਕੰਮ ਕੀਤਾ ਜਾਣਾ ਚਾਹੀਦਾ ਹੈ ਤੇ ਹੁਣ ਪੰਜਾਬ ਸਰਕਾਰ ਤੇਲ ਤੇ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ। ਤਾਂ ਅਕਾਲੀ ਦਲ ਨੇ ਮੰਗ ਚੁੱਕੀ ਹੈ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ, ਸੂਬਾ ਸਰਕਾਰ ਵੀ ਵੈਟ ਘਟਾਵੇ ਤੇ ਲੋਕਾਂ ਨੂੰ ਰਾਹਤ ਦੇਵੇ। ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਚੀਮਾ ਨੇ ਟਵੀਟ ਕੀਤਾ ਹੈ, ਲਿਖਿਆ ਕਿ ਪੈਟਰੋਲ ਤੇ 5 ਰੁਪਏ, ਡੀਜ਼ਲ ਤੇ 10 ਰੁਪਏ ਐਕਸਾਈਜ਼ ਡਿਊਟੀ ਘਟਾ ਕੇ ਕੇਂਦਰ ਨੇ ਵਧੀਆ ਕੰਮ ਕੀਤਾ ਹੈ, ਪਰ ਇਸ ਵੱਲ ਹੋਰ ਕੰਮ ਕੀਤਾ ਜਾਣਾ ਚਾਹੀਦਾ ਹੈ ਤੇ ਹੁਣ ਪੰਜਾਬ ਸਰਕਾਰ ਤੇਲ ਤੇ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ। ਤਾਂ ਅਕਾਲੀ ਦਲ ਨੇ ਮੰਗ ਰੱਖੀ ਹੈ ਕਿ ਸੂਬਾ ਸਰਕਾਰ ਵੀ ਵੈਟ ਘਟਾਏ ਤੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਤੋਂ ਹੋਰ ਰਾਹਤ ਦਿੱਤੀ ਜਾਏ। ਪੈਟਰੋਲ ਤੇ ਡੀਜ਼ਲ ਦੀ ਕੀਮਤ ਦੇ ਵਿੱਚ ਕੇਂਦਰ ਸਰਕਾਰ ਨੇ ਕਟੌਤੀ ਕੀਤੀ ਹੈ ਤੇ ਹੁਣ ਪੰਜਾਬ ਦੇ ਵਿੱਚ ਵੀ ਮੰਗ ਉੱਠੀ ਹੈ ਕਿ ਸੂਬਾ ਸਰਕਾਰ ਵੈਟ ਘਟਾਵੇ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੋਂ ਹੋਰ ਰਾਹਤ ਦੇਵੇ। ਡਾਕਟਰ ਦਲਜੀਤ ਚੀਮਾ ਅਕਾਲੀ ਦਲ ਦੇ ਸੀਨੀਅਰ ਆਗੂ ਸਾਡੇ ਨਾਲ ਫੋਨ ਲਾਈਨ ਤੇ ਨੇ। ਚੀਮਾ ਸਾਹਿਬ, ਸਵਾਗਤ ਹੈ ਜੀ ਨਿਊਜ਼ 18 ਪੰਜਾਬ ਤੇ। ਪਹਿਲਾਂ ਤਾਂ ਕੇਂਦਰ ਦੇ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ ਕਿ 5 ਰੁਪਏ ਤੇ 10 ਰੁਪਏ ਜਿਹੜੀ ਹੈ ਪੈਟਰੋਲ ਤੇ ਡੀਜ਼ਲ ਦੀ ਕੀਮਤ ਘਟਾਈ ਹੈ? ਹਾਲਾਂਕਿ ਬਹੁਤ ਸਾਰੇ ਜਗ੍ਹਾਵਾਂ ਤੇ ਅਸੀਂ ਪੰਜਾਬ 'ਚ ਦਿਖਾ ਰਹੇ ਸੀ ਤਕਰੀਬਨ ਪੈਟਰੋਲ 6 ਰੁਪਏ ਤੇ ਡੀਜ਼ਲ ਤਕਰੀਬਨ 12 ਰੁਪਏ ਸਸਤਾ ਹੋ ਗਿਆ ਹੈ। ਤੁਸੀਂ ਮੰਗ ਰੱਖੀ ਹੈ ਕਿ ਸੂਬਾ ਸਰਕਾਰ ਵੀ ਰੇਟ ਘਟਾਵੇ। ਦੇਖੋ, ਤੇਲ ਦੀ ਜਿਹੜੀ ਅਸਲੀ ਮਹਿੰਗਾਈ ਹੈ ਇਹ ਕੇਂਦਰ ਦੇ ਜਿਹੜੇ ਟੈਕਸ ਆ ਔਰ ਸੂਬੇ ਦੇ ਜਿਹੜੇ ਵੱਖਰੇ ਟੈਕਸ ਆ ਲਾਉਣ ਕਰਕੇ ਬਹੁਤ ਜ਼ਿਆਦਾ ਹੋ ਚੁੱਕੀ। ਕੇਂਦਰ ਨੇ ਵੀ ਇਹਨੂੰ ਆਮਦਨ ਦਾ ਸਾਧਨ ਬਣਾ ਲਿਆ ਸੀ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਦੋਂ ਇੰਟਰਨੈਸ਼ਨਲ ਪ੍ਰਾਈਸਿਸ ਘਟੀਆਂ ਤੇ ਕੇਂਦਰ ਨੇ ਆਪਣਾ ਟੈਕਸ ਬਹੁਤ ਜ਼ਿਆਦਾ ਵਧਾ ਲਿਆ ਸੀ ਤੇ ਉਹ ਜਿਹੜਾ ਘਟੀਆਂ ਕੀਮਤਾਂ ਤੱਕ ਨਹੀਂ ਸੀ ਪਹੁੰਚਿਆ। ਉਹਨੂੰ ਕੇਂਦਰ ਨੇ ਆਪਣੇ ਸੋਰਸਿਸ ਵਧਾਉਣ ਵਾਸਤੇ ਵਰਤ ਲਿਆ ਸੀ, ਪਰ ਜਦੋਂ ਜਿਹੜੀਆਂ ਹੈਗੀਆਂ ਇੰਟਰਨੈਸ਼ਨਲ ਪ੍ਰਾਈਸਿਸ ਵਧੀਆਂ ਤੇ ਨਾਲ ਦੀ ਨਾਲ ਡਿਊਟੀ ਬਣਦੀ ਸੀ ਕੇਂਦਰ ਦੀ ਕਿ ਹੁਣ ਉਹ ਜਿਹੜੀ ਹੈ ਇਹਨੂੰ ਨਾਲ ਦੀ ਨਾਲ ਘਟਾ ਦਿੱਤਾ ਜਾਂਦਾ। ਪਰ ਇਸ ਗੱਲ ਦੇ ਉੱਤੇ ਕਿਉਂਕਿ ਆਮਦਨ ਵਧ ਰਹੀ ਸੀ ਬਹੁਤ ਜ਼ਿਆਦਾ, ਕੇਂਦਰ ਸਰਕਾਰ ਚੁੱਪ ਸੀ, ਪਰ ਲੋਕੀ ਮਹਿੰਗਾਈ ਦੇ ਥੱਲੇ ਬਹੁਤ ਬੁਰੀ ਤਰ੍ਹਾਂ ਪਿਸ ਰਹੇ ਸੀ। ਟਰਾਂਸਪੋਰਟੇਸ਼ਨ ਬਹੁਤ ਮਹਿੰਗੀ ਹੋ ਗਈ, ਬਾਕੀ ਮਹਿੰਗਾਈ ਬਹੁਤ ਵੱਧ ਗਈ, ਇਸ ਕਰਕੇ ਲੋਕੀ ਕੋ ਲਾ ਰਹੇ ਸੀ। ਕੱਲ ਜਦੋਂ ਨਤੀਜੇ ਆਏ ਆ ਹਿਮਾਚਲ ਦੇ, ਰਾਜਸਥਾਨ ਦੇ, ਹਰਿਆਣੇ ਦੇ, ਤੇ ਸ਼ਾਇਦ ਕੇਂਦਰ ਨੂੰ ਲੱਗਿਆ ਕਿ ਇਹ ਇੱਕ ਇੰਪੋਰਟੈਂਟ ਹੈ ਤੇ ਇਮੀਡੀਏਟਲੀ ਜਿਹੜੀ ਹੈ ਇਹਦੇ ਵਿੱਚ ਉਹਨਾਂ ਨੇ ਘਟਾਇਆ। ਮੈਂ ਸਮਝਦਾ ਹਾਂ ਹੋਰ ਗੁੰਜਾਇਸ਼ ਹੈ, ਉਹਨਾਂ ਨੂੰ ਵੀ ਹੋਰ ਘਟਾਉਣਾ ਚਾਹੀਦਾ। ਪਰ ਜੇ ਤੁਸੀਂ ਸੂਬਿਆਂ ਦਾ ਵੈਟ ਦੇਖੋਗੇ ਤੇ ਇਹ ਉਸ ਤੋਂ ਵੀ ਇਹ ਦਰਜਾ ਅੱਗੇ ਹੈ। ਉਹਨਾਂ ਦਾ ਤਾਂ ਪਰ ਲੀਟਰ ਹੈ, ਇਹ ਪਰਸੈਂਟੇਜ ਦੇ ਹਿਸਾਬ ਦੇ ਨਾਲ ਲੱਗਿਆ ਹੋਇਆ। ਇਸ ਕਰਕੇ ਇਹਦੇ ਨਾਲ ਵੀ ਜਿਹੜਾ ਸੂਬਿਆਂ ਦਾ ਵੈਟ ਹੈ ਇਹ ਵੀ ਬੇਹਿਸਾਬਾ ਜਿਹੜਾ ਉਹ ਲੱਗ ਚੁੱਕਿਆ। ਇਹਨਾਂ ਨੂੰ ਆਪਣਾ ਵੀ ਇਮੀਡੀਏਟਲੀ ਜਿਹੜੇ ਸਟੇਟ ਗਵਰਨਮੈਂਟ ਨੂੰ ਇਹ ਹੁਣ ਘਟਾਉਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਥੋੜੀ ਬਹੁਤੀ ਰਾਹਤ ਜਿਹੜੀ ਆ ਉਹ ਮਹਿੰਗਾਈ ਦੇ ਉੱਤੋਂ ਮਿਲੇ। ਬਹੁਤ ਮੁਸ਼ਕਲ ਹੋ ਗਿਆ ਸਾਰੇ ਕੰਮ ਕਰਨੇ ਇੰਨੀ ਜ਼ਿਆਦਾ ਮਹਿੰਗਾਈ ਦੇ ਵਿੱਚ, ਕਿਉਂਕਿ ਮੋਪੜ ਦੇ ਵਿੱਚ ਵੀ ਪੈਟਰੋਲ ਪੈਂਦਾ ਤੇ ਗਰੀਬ ਤੋਂ ਗਰੀਬ ਬੰਦਾ ਮੋਪੜ ਹੀ ਵਰਤ ਸਕਦਾ, ਉਹਨੂੰ ਉਹ ਵੀ ਚਲਾਉਣੀ ਜਿਹੜੀ ਆ ਔਖੀ ਹੋਈ ਸੀ। ਜੀ ਬਿਲਕੁਲ ਚੀਮਾ ਸਾਹਿਬ, ਚਾਹੇ ਕੋਈ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਨਹੀਂ ਵੀ ਕਰਦਾ, ਲੇਕਿਨ ਟਰਾਂਸਪੋਰਟੇਸ਼ਨ ਕਰਕੇ ਹਰ ਚੀਜ਼ ਤੇ ਅਸਰ ਪੈਂਦਾ ਹੈ, ਚਾਹੇ ਸਬਜ਼ੀਆਂ ਹੋਣ, ਚਾਹੇ ਡੇਲੀ ਨੀਡਸ ਦਾ ਕੋਈ ਵੀ ਸਾਮਾਨ ਹੋਏ, ਰਸੋਈ 'ਚ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਹੋਣ, ਹਰ ਚੀਜ਼ ਤੇ ਅਸਰ ਪੈਂਦਾ ਹੈ। ਦੂਸਰਾ ਜਿਹੜਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਕਸਾਈਜ਼ ਜਿਹੜਾ ਉਹ ਬਹੁਤ ਵਧਾ ਦਿੱਤਾ ਸੀ, ਅਕਸਰ ਇਹ ਜਿਹੜੀ ਹੈ ਬੀਜੇਪੀ ਆਗੂ ਕਹਿੰਦੇ ਹੁੰਦੇ ਨੇ ਕਿ ਕਾਂਗਰਸ ਦੇ ਵੱਲੋਂ ਆਇਲ ਬੌਂਡਸ ਜਿਹੜੇ ਕੀਤੇ ਗਏ ਸੀ ਉਸ ਦੇ ਕਰਕੇ ਇਹ ਜਿਹੜੀ ਦਿੱਕਤ ਹੈ ਉਹ ਆ ਰਹੀ ਹੈ। ਨਹੀਂ, ਪਿੱਛੇ ਕੀ ਹੋਇਆ ਸੀ ਕਿ ਜਦੋਂ ਇੰਟਰਨੈਸ਼ਨਲ ਮਾਰਕੀਟ ਪ੍ਰਾਈਸਿਸ ਬਹੁਤ ਜ਼ਿਆਦਾ ਘਟ ਗਈਆਂ ਸੀਗੀਆਂ ਤੇ ਉਦੋਂ ਚਾਹੀਦਾ ਤਾਂ ਸੀ ਕਿ ਉਹਦਾ ਬੈਨੀਫਿਟ ਜਿਹੜਾ ਇਮੀਡੀਏਟਲੀ ਕੰਜ਼ਿਊਮਰ ਨੂੰ ਪਾਸ ਕੀਤਾ ਜਾਂਦਾ। ਪਿੱਛੋਂ ਤਾਂ ਕੀਮਤਾਂ ਘਟ ਗਈਆਂ ਤੇ ਕੇਂਦਰ ਨੂੰ ਲੱਗਿਆ ਕਿ ਅਸੀਂ ਮਾਰਕੀਟ ਪ੍ਰਾਈਸ ਜਿਹੜੀ ਹੈ ਉਹ ਜੇ ਉੱਥੇ ਹੀ ਰੱਖਣੀ ਹੈ ਤਾਂ ਅਸੀਂ ਆਪਣਾ ਟੈਕਸ ਵਧਾ ਲਈਏ, ਸਾਡੀ ਆਮਦਨ ਵੱਧ ਜਾਏਗੀ ਤੇ ਮਾਰਕੀਟ ਪ੍ਰਾਈਸ ਦੇ ਵਿੱਚ ਕੋਈ ਫਰਕ ਨਹੀਂ ਪਏਗਾ। ਪਰ ਇਹ ਹੈ ਤਾਂ ਬੇਈਮਾਨੀ ਸੀ, ਕਿਉਂਕਿ ਜੇ ਪਿੱਛੋਂ ਘਟੀਆਂ ਸੀ ਤਾਂ ਲੋਕਾਂ ਨੂੰ ਘਟੀਆਂ ਕੀਮਤਾਂ ਦਾ ਅੱਗੇ ਫਾਇਦਾ ਪਹੁੰਚਣਾ ਚਾਹੀਦਾ ਸੀ। ਪਰ ਉਹਨਾਂ ਨੇ ਇਹ ਸੋਚਿਆ ਕਿ ਕਿਉਂਕਿ ਮਾਰਕੀਟ ਰੇਟ ਅਸੀਂ ਸੇਮ ਰੱਖੀਏ, ਜਿੰਨਾ ਮਾਰਕੀਟ ਰੇਟ ਸੇਮ ਰੱਖਣ ਵਾਸਤੇ ਟੈਕਸ ਵਧਾਉਣਾ ਪੈਂਦਾ ਉਹਨਾਂ ਟੈਕਸ ਵਧਾ ਲਓ, ਸਾਡੀ ਆਮਦਨ ਵੱਧ ਜਾਏਗੀ। ਇਹ ਤਾਂ ਬੇਈਮਾਨੀ ਸੀ। ਜੀ ਚੀਮਾ ਸਾਹਿਬ ਬਣੇ ਰਹੋ। ਵਿਨੀਤ ਜੋਸ਼ੀ ਜੁੜੇ ਨੇ ਬੀਜੇਪੀ ਤੋਂ ਸਾਡੇ ਨਾਲ। ਜੋਸ਼ੀ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ।
ਪਹਿਲੀ ਗੱਲ ਤਾਂ ਇਹ ਕਿ ਕੇਂਦਰ ਨੇ ਕੀਮਤਾਂ ਘਟਾਈਆਂ ਨੇ, ਲੋਕ ਕਹਿ ਰਹੇ ਨੇ ਕਿ ਕੁਝ ਰਾਹਤ ਮਿਲੀ ਹੈ, ਸੂਬਾ ਸਰਕਾਰ ਤੋਂ ਵੀ ਅਪੀਲ ਕਰ ਰਹੇ ਨੇ ਕਿ ਕੋਈ ਰਾਹਤ ਦੇਵੇ। ਕਈ ਸੂਬਿਆਂ ਦੇ ਵਿੱਚ ਵੀ ਘਟਾ ਦਿੱਤੇ ਗਏ ਨੇ ਰੇਟ। ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਜੁੜੇ ਹੋਏ ਨੇ, ਕਹਿ ਰਹੇ ਨੇ ਕਿ ਬੀਜੇਪੀ ਨੇ ਜਿਹੜੇ ਬਾਈ ਇਲੈਕਸ਼ਨਸ ਦੇ ਵਿੱਚ ਹਾਰ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਇੱਕ ਵੱਡਾ ਮੁੱਦਾ ਹੈ, ਇਸ ਕਰਕੇ ਕੀਮਤਾਂ ਘਟਾਈਆਂ ਨੇ। ਚੀਮਾ ਜੀ ਚਲੋ ਸਾਡੇ ਪੁਰਾਣੇ ਭਾਈਵਾਲ ਰਹੇ ਹੈ, ਇਹ ਗੱਲ ਕਹਿ ਸਕਦੇ ਨੇ, ਨਏ ਸਾਡੇ ਤੋਂ ਅਲੱਗ ਹੋਏ ਹੈ। ਲੇਕਿਨ ਮੈਂ ਕਹਿਣਾ ਚਾਹੂੰਗਾ ਕਿ ਕੇਂਦਰ ਸਰਕਾਰ ਦਾ ਇੱਕ ਸਵਾਗਤਯੋਗ ਕਦਮ ਹੈ। ਦੀਵਾਲੀ ਦੇ ਉੱਪਰ ਜਿਹੜਾ ਹੈਗਾ ਹੈ ਪੂਰੇ ਦੇਸ਼ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਗਿਫਟ ਦਿੱਤਾ ਹੈ ਔਰ ਇਸ ਗਿਫਟ ਦੇ ਰਾਹੀਂ ਜਿਹੜਾ ਪੈਟਰੋਲ ਔਰ ਡੀਜ਼ਲ ਦੇ ਉੱਪਰ 5 ਰੁਪਏ ਔਰ 10 ਰੁਪਏ ਵੈਟ ਘਟਾਇਆ ਹੈ। ਇੰਨਾ ਹੀ ਨਹੀਂ ਹੈ, ਜਿਹੜੀਆਂ ਸਾਡੀਆਂ ਬੀਜੇਪੀ ਰੂਲ ਸਟੇਟਸ ਨੇ, ਚਾਹੇ ਗੁਜਰਾਤ ਹੈ, ਕਰਨਾਟਕਾ, ਗੋਆ, ਮਨੀਪੁਰ, ਤ੍ਰਿਪੁਰਾ, ਇਹਨਾਂ ਨੇ ਤਾਂ 7-7 ਰੁਪਏ ਪੈਟਰੋਲ ਡੀਜ਼ਲ ਘਟਾਤਾ। ਇਹਦਾ ਮਤਲਬ ਹੋਇਆ ਇਹਨਾਂ ਬੀਜੇਪੀ ਸੂਬਿਆਂ ਦੇ ਅੰਦਰ ਪੈਟਰੋਲ 12 ਰੁਪਏ ਔਰ ਡੀਜ਼ਲ 17 ਰੁਪਏ ਘਟ ਗਿਆ। ਇਹਦੇ ਨਾਲ ਹਿਮਾਚਲ ਨੇ ਵੀ ਰਾਹਤ ਅਨਾਉਂਸ ਕੀਤੀ ਹੈ, ਹਰਿਆਣਾ ਨੇ ਵੀ ਅਨਾਉਂਸ ਕੀਤੀ ਹੈ। ਸੋ ਬੀਜੇਪੀ ਸਾਰੇ ਰੂਲ ਸਟੇਟਸ ਨੇ ਕੀਤੀ ਹੈ। ਤੇ ਜੇ ਭਾਜਪਾ ਸ਼ਾਸਿਤ ਰਾਜ ਜਿਹੜਾ ਹੈਗਾ ਆਪਣਾ ਸਟੇਟ ਦਾ ਸ਼ੇਅਰ ਘਟਾ ਕੇ 12 ਰੁਪਏ ਔਰ 17 ਰੁਪਏ, 12 ਰੁਪਏ ਪੈਟਰੋਲ ਤੇ ਰਾਹਤ, 17 ਰੁਪਏ ਡੀਜ਼ਲ ਤੇ ਦੇ ਸਕਦੇ ਨੇ, ਤੇ ਫਿਰ ਪੰਜਾਬ ਦੀ ਕਾਂਗਰਸ ਸਰਕਾਰ ਹੁਣ ਤੱਕ ਚੁੱਪ ਕਿਉਂ ਹੈ? ਚੰਨੀ ਸਾਹਿਬ ਜਿਹੜੇ ਗਰੀਬਾਂ ਦੇ ਮਸੀਹਾ ਬਣਨ ਦੀ ਕੋਸ਼ਿਸ਼ ਕਰਦੇ ਨੇ, ਉਹ ਮਿਡਲ ਕਲਾਸ ਨੂੰ ਰਾਹਤ ਕਿਉਂ ਨਹੀਂ ਦੇ ਰਹੇ? ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜੇ ਲਗਾਤਾਰ ਪੰਜਾਬ ਦੀ ਕਾਂਗਰਸ ਸਰਕਾਰ ਤੇ ਅਟੈਕ ਕਰਦੇ ਨੇ, ਇਹਨਾਂ ਦੀ ਰਾਹਤ ਨੂੰ ਲੋਲੀਪੌਪ ਕਹਿੰਦੇ ਨੇ, ਉਹ ਵੀ ਅੱਜ ਜਿਹੜਾ ਹੈਗਾ ਆਮ ਜਨਤਾ ਦੀ ਆਵਾਜ਼ ਬਣ ਕੇ ਕਿਉਂ ਨਹੀਂ ਕਹਿ ਰਹੇ ਕਿ ਪੰਜਾਬ ਜਿਹੜਾ ਦੇਸ਼ ਦੇ ਅੰਦਰ ਸਭ ਤੋਂ ਜ਼ਿਆਦਾ ਟੈਕਸ ਲੈ ਰਿਹਾ, ਵੈਟ ਲੈ ਰਿਹਾ, ਉਹ ਆਪਣਾ ਟੈਕਸ ਘਟਾ ਕੇ ਆਮ ਲੋਕਾਂ ਨੂੰ ਰਾਹਤ ਦੇ? ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਅੱਜ ਚੰਨੀ ਸਾਹਿਬ ਜਿਹੜਾ ਹੈਗਾ ਜਿਹੜਾ ਇਹਦਾ ਸਵਾਗਤ ਕਰਦੇ ਔਰ ਨਾਲ ਜਿਹੜਾ ਹੈਗਾ ਚੀਮਾ ਸਾਹਿਬ ਇਹਦਾ ਸਵਾਗਤ ਕਰਦੇ ਨਾ। ਚੀਮਾ ਸਾਹਿਬ ਜਿਹੜੇ ਹੈ ਸਟੇਟ ਗਵਰਨਮੈਂਟ ਤੋਂ ਮੰਗ ਕਰਦੇ। ਸੋ ਚੀਮਾ ਸਾਹਿਬ ਤੁਸੀਂ ਇਕਨੋਮਿਕਸ ਜਾਣਦੇ ਹੋ, ਬੜੀ ਭਾਂਤੀ ਜਾਣਦੇ ਹੋ। ਮੰਗ ਰੱਖੀ ਹੈ ਜੋਸ਼ੀ ਸਾਹਿਬ ਕਿ ਸੂਬਾ ਸਰਕਾਰ ਵੈਟ ਘਟਾਵੇ। ਉਹਨਾਂ ਨੇ ਸ਼ਲਾਘਾ ਵੀ ਕੀਤੀ ਹੈ ਕਿ ਜਿੰਨੀ ਕੀਮਤ ਘਟਾਈ ਹੈ ਚੰਗੀ ਗੱਲ ਹੈ। ਹੋ ਸਕਦਾ ਕਿ ਜਦ ਤੁਸੀਂ ਮੈਨੂੰ ਪੈਚ ਕੀਤਾ ਮੈਂ ਤਾਂ ਜਿੰਨੀ ਗੱਲ ਸੁਣੀ ਮੈਂ ਉਹਨੇ ਤੇ ਰਿਐਕਟ ਕਰਤਾ, ਮਾਫੀ ਚਾਹੁੰਦਾ, ਸ਼ਬਦ ਵਾਪਸ ਲੈਣਾ। ਲੇਕਿਨ ਮੈਂ ਨਾਲ ਇਹ ਵੀ ਕਵਾਂਗਾ ਕਿ ਚੀਮਾ ਸਾਹਿਬ ਜਿਹੜੇ ਆਇਲ ਬੌਂਡ ਨੇ, ਜਿਹੜੀ ਦੇਸ਼ ਦੀ ਕਾਂਗਰਸ ਸਰਕਾਰ ਜਿਹੜਾ ਦੇਸ਼ ਤੇ ਆਇਲ ਉਹ ਲੋਨ ਲੈ ਕੇ ਗਈ ਸੀ, ਉਹਦੀ ਕਿਸ਼ਤਾਂ ਭਰਨੀਆਂ ਵੀ ਜਿਹੜੀਆਂ ਹੈਗੀਆਂ, ਉਹਦੀ ਇੰਸਟਾਲਮੈਂਟ ਦਾ ਜਿਹੜਾ ਵਿਆਜ ਦੇਣਾ ਵੀ ਔਖਾ ਹੁੰਦਾ ਸੀ, ਉਹਦੇ ਵਾਸਤੇ ਸਭ ਕੀਤਾ ਗਿਆ ਸੀ। ਪਰ ਚਲੋ ਸਭ ਚੀਜ਼ਾਂ ਪਿੱਛੇ ਦੀ ਖਤਮ ਕਰੋ, ਨਈ ਗੱਲ ਕਰੋ। ਅੱਜ ਦੀਪਾਵਲੀ ਹੈ, ਦੀਵਾਲੀ ਦੇ ਉੱਪਰ ਕੇਂਦਰ ਸਰਕਾਰ ਨੇ ਜਿਹੜਾ ਹੈਗਾ 5 ਰੁਪਏ ਪੈਟਰੋਲ ਤੇ 10 ਰੁਪਏ ਡੀਜ਼ਲ ਤੇ ਆਪਣਾ ਵੈਟ ਟੈਕਸ ਘਟਾਇਆ ਹੈ, ਤੇ ਜਿਹੜੇ ਬੀਜੇਪੀ ਰੂਲ ਸਟੇਟਸ ਨੇ ਉਹਨਾਂ 7-7 ਰੁਪਏ ਘਟਾਇਆ ਹੈ। ਇਹਦਾ ਮਤਲਬ ਕਿ ਭਾਜਪਾ ਸ਼ਾਸਿਤ ਰਾਜਾਂ 'ਚ 12 ਰੁਪਏ ਪੈਟਰੋਲ ਤੇ ਕੀਮਤ ਘਟੀ ਹੈ, 17 ਰੁਪਏ ਡੀਜ਼ਲ ਤੇ ਘਟੀ ਹੈ। ਤੇ ਅੱਜ ਮੈਂ ਮੰਗ ਕਰਦਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹੈ ਉਹ ਵੀ ਜਿਹੜੀ ਹੈ ਦੀਵਾਲੀ ਤੋਹਫਾ ਦੇਵੇ ਤੇ ਜਿਹੜਾ ਹੈਗਾ 7-7 ਰੁਪਏ ਪੈਟਰੋਲ ਔਰ ਡੀਜ਼ਲ ਤੇ ਘੱਟ ਤੋਂ ਘੱਟ ਭਾਜਪਾ ਸ਼ਾਸਿਤ ਰਾਜਾਂ ਬਰਾਬਰ ਕਰੇ। ਵੈਸੇ ਤਾਂ ਕਹਿੰਦੇ ਅਸੀਂ ਭਾਜਪਾ ਤੋਂ ਉੱਪਰ ਗਰੀਬ ਹਿਤੈਸ਼ੀ ਹੈ, ਮਿਡਲ ਕਲਾਸ ਹਿਤੈਸ਼ੀ ਹੈ, ਤਾਂ 10-15 ਰੁਪਏ ਘਟਾ ਦੇਣ, ਕਿਉਂ ਨਹੀਂ ਘਟਾਉਂਦੇ? ਵੈਸੇ ਤਾਂ ਰਿਕਾਰਡ ਹੈ ਜੋਸ਼ੀ ਸਾਹਿਬ ਕਿ ਕੀ ਐਲਾਨ ਆਉਂਦਾ ਹੈ ਜਾਂ ਨਹੀਂ ਆਉਂਦਾ। ਅਜੇ ਜਿਹੜੇ ਵੱਖ-ਵੱਖ ਸੂਬੇ ਨੇ ਐਲਾਨ ਕਰ ਰਹੇ ਨੇ, ਹਰਿਆਣਾ ਨੇ ਹੁਣੇ ਐਲਾਨ ਕੀਤਾ ਥੋੜੀ ਦੇਰ ਪਹਿਲਾਂ। ਇੱਕ ਜਿਹੜੀ ਚਿੰਤਾ ਹੈ ਲੋਕਾਂ ਨੇ ਜ਼ਾਹਿਰ ਕੀਤੀ, ਜਿਹੜਾ ਤੁਸੀਂ ਕਿਹਾ ਹੈ ਕਿ ਹੁਣ ਦੀਵਾਲੀ ਤੇ ਤੋਹਫਾ ਮਿਲਿਆ ਹੈ, ਇੱਕ ਚਿੰਤਾ ਵੀ ਲੋਕਾਂ ਨੇ ਜ਼ਾਹਿਰ ਕੀਤੀ ਹੈ ਕਿ ਕੱਲ ਨੂੰ ਦੇਖਾਂਗੇ ਕਿ ਅੱਜ ਤਾਂ ਚਲੋ ਦੀਵਾਲੀ ਤੇ ਰਾਹਤ ਮਿਲੀ ਹੈ, ਲੇਕਿਨ ਜਿਹੜੇ ਲਗਾਤਾਰ ਰੇਟ ਵੱਧ ਰਹੇ ਸੀ ਉਹ ਕੱਲ ਤੋਂ ਦੇਖਾਂਗੇ ਕਿ ਫਿਰ ਤੋਂ ਤਾਂ ਨਹੀਂ ਵਧਣੇ ਸ਼ੁਰੂ ਹੋ ਜਾਂਦੇ। ਤਾਂ ਤੁਹਾਨੂੰ ਇਹੀ ਸਵਾਲ ਹੈ ਕਿ ਕੀ ਹੁਣ ਕੀਮਤ ਹੈ ਜਿਹੜੀ ਉਸ ਤੇ ਰੋਕ ਹੋਏਗੀ ਜਾਂ ਫਿਰ ਇਸ ਤੋਂ ਬਾਅਦ ਫਿਰ ਉਸੇ ਤਰੀਕੇ ਦੇ ਨਾਲ ਵਧਣੀ ਸ਼ੁਰੂ ਹੋਏਗੀ? ਦੇਖੋ ਜਿਹੜੀ ਫਿਊਚਰ ਦੀ ਗੱਲਾਂ ਫਿਊਚਰ 'ਚ ਨੇ, ਪਰ ਅੱਜ ਜੋ ਰਾਹਤ ਮਿਲੀ ਹੈ ਅਸੀਂ ਇਸ ਦੇ ਉੱਪਰ ਜਿਹੜਾ ਹੈਗਾ ਜ਼ਰੂਰ ਉਹਨੂੰ ਅਵੇਲ ਕਰੀਏ। ਔਰ ਮੈਂ ਉਮੀਦ ਕਰਦਾ ਕਿ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਉਹ ਆਉਣ ਵਾਲੇ ਦਿਨਾਂ 'ਚ ਲੋਕਾਂ ਦੇ ਪ੍ਰਤੀ ਸੈਂਸਿਟਿਵ ਰਹੇਗੀ ਔਰ ਜਿਹੜਾ ਵੈਟ ਟੈਕਸ ਹੈ ਜਿਹੜਾ ਕਿ ਇਹਨਾਂ ਨੇ ਇਨਕਰੀਜ਼ ਕੀਤਾ ਸੀਗਾ ਸਮੇਂ ਤੇ, ਉਹਨੂੰ ਹੋਰ ਵੀ ਘਟਾਏਗੀ। ਜੀ ਚੀਮਾ ਸਾਹਿਬ ਮੈਂ ਤੁਹਾਡੇ ਕੋਲ ਆਵਾਂਗੀ। ਨਵਤੇਜ ਚੀਮਾ ਜੁੜਿਆ ਕਾਂਗਰਸ ਤੋਂ, ਉਹਨਾਂ ਨੂੰ ਵੀ ਸਵਾਲ ਕਰ ਲੈਣੇ ਆ। ਚੀਮਾ ਸਾਹਿਬ ਸਵਾਗਤ ਹੈ ਜੀ। ਕਿਵੇਂ ਦੇਖ ਰਹੇ ਹੋ ਤੁਸੀਂ ਪਹਿਲਾਂ ਤਾਂ ਕੇਂਦਰ ਸਰਕਾਰ ਦੇ ਫੈਸਲੇ ਨੂੰ? ਦੂਸਰਾ ਹੁਣ ਸਵਾਲ ਇਹ ਵੀ ਹੈ ਕਿ ਬੀਜੇਪੀ ਸ਼ਾਸਿਤ ਸੂਬੇ ਤਾਂ ਘਟਾ ਰਹੇ ਨੇ ਆਪਣੇ ਵੱਲੋਂ ਵੀ ਵੈਟ, ਕੀ ਪੰਜਾਬ ਵੀ ਘਟਾਏਗਾ? ਕੋਈ ਫੈਸਲਾ ਆ ਰਿਹਾ? ਇਹ ਤੇ ਦੇਖੋ ਸੈਂਟਰ ਨੇ ਤੇ ਜਿਹੜਾ ਇੱਕ ਜਿਹੜਾ ਕੀਤਾ ਸਾਰਾ ਇਹ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਵੀ ਇੰਨਾ ਸਮਾਂ ਇੰਨਾ ਰੇਟ ਹੋ ਗਿਆ ਡੀਜ਼ਲ ਪੈਟਰੋਲ ਦਾ, ਗੈਸ ਦਾ, ਹਰ ਚੀਜ਼ ਦਾ ਬੁਰੀ ਹਾਲਤ ਹੋ ਗਈ ਆ। ਇਹ ਪੰਜਾਬ ਦੇ ਵਿੱਚ ਦੇਖੋ ਜਿੰਨਾ ਵੀ ਕਰ ਸਕਦੇ ਆ ਉਹ ਕਰ ਰਹੇ ਔਰ ਇਹਨਾਂ ਨੂੰ ਜਿਹੜਾ ਉਦੋਂ ਮੀਟਿੰਗ ਹੋਈ ਉਹਦੇ 'ਚ ਜੋ ਫੈਸਲਾ ਬਿਲਕੁਲ ਸਾਡੇ ਸੀਐਮ ਸਾਹਿਬ ਜਿਹੜੇ ਆ ਉਹ ਇਸ ਗੱਲ ਤੇ ਕਰਨਗੇ ਜ਼ਰੂਰ, ਜਿਹੜਾ ਰੇਟ ਬਾਰੇ ਜਿੰਨਾ ਵੀ ਉਹ ਕਰ ਸਕਦੇ ਹੋਏ। ਉਹ ਜਿਹੜੀ ਗੱਲ ਬਾਹਰ ਆਉਂਦੀ ਨਾ ਉਹ ਵਿਰੋਧੀ ਧਿਰ ਤੇ ਉਹ ਗੱਲ ਜਿਹੜੀ ਉਹ ਫੜ ਲੈਂਦੇ ਆ ਤੇ ਉਹ ਡਿਮਾਂਡ ਕਰਨ ਲੱਗ ਪੈਂਦੇ ਵੀ ਸਾਡੇ ਕਹਿਣ ਤੇ ਇਹ ਜਿਹੜਾ ਇਹ ਘੱਟ ਹੋਇਆ। ਇਹ ਇਹੋ ਜਿਹਾ ਕੋਈ ਨਹੀਂ, ਜਿਨ੍ਹਾਂ ਨੇ ਕਰਨਾ ਘੱਟ ਜਿਹੜੀ ਸਰਕਾਰ ਨੇ ਜਿਹੜੇ ਲੋਕਾਂ ਨੇ ਉਹਨਾਂ ਤੇ ਹੀ ਹੋਣਾ ਆ। ਇਹ ਆਪਣੇ ਤੇ
ਇਹ ਕਰ ਕਹਿ ਕੇ ਮੁੱਦਾ ਉਠਾ ਕੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਿਹਾ। ਹੋਰ ਕੁਝ ਨਹੀਂ, ਸਰਕਾਰ ਨੇ ਘੱਟ ਕਰਨਾ ਹੈ ਔਰ ਤੁਹਾਡੇ ਸਾਹਮਣੇ ਘੱਟ ਹੋ ਜਾਣਾ। ਅੱਛਾ ਚੀਮਾ ਸਾਹਿਬ, ਵਿਨੀਤ ਜੋਸ਼ੀ ਜੁੜੇ ਹੋਏ ਨੇ ਬੀਜੇਪੀ ਤੋਂ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਨੇ ਜਿਹੜੇ ਆਇਲ ਬੌਂਡਸ ਕੀਤੇ ਗਏ ਸੀ ਉਹਨਾਂ ਦੀਆਂ ਦੇਣਦਾਰੀਆਂ ਕਰਕੇ ਇੰਨੀਆਂ ਕੀਮਤਾਂ ਵਧੀਆਂ ਸੀ, ਉਸ ਦੇ ਕਰਕੇ ਹੀ ਕੀਮਤਾਂ ਵਧੀਆਂ ਸੀ, ਤਾਂ ਮਤਲਬ ਕਾਂਗਰਸ ਜ਼ਿੰਮੇਵਾਰ ਸੀ ਜਿਹੜੀਆਂ ਕੀਮਤਾਂ ਵਧੀਆਂ ਨੇ। ਨਹੀਂ ਦੇਖੋ, ਇਹ ਤੇ ਕਾਂਗਰਸ ਨੇ ਤੇ ਕਿੰਨੇ 100 ਕਿੰਨੇ ਰੁਪਏ ਬੈਰਲ ਸੀ ਤੇ ਉਦੋਂ ਵੀ ਕਿੰਨਾ ਸਸਤਾ ਡਾਕਟਰ ਮਨਮੋਹਨ ਸਿੰਘ ਵੇਲੇ ਤੇਲ ਮਿਲਦਾ ਰਿਹਾ। ਇਹਨਾਂ ਦਾ ਤਾਂ ਕੰਟਰੋਲ ਹੀ ਹੈ ਨਹੀਂ, ਕੋਈ ਵੀ ਕਿਸੇ ਚੀਜ਼ ਤੇ ਦੱਸ ਦੋ ਮੈਨੂੰ ਕੰਟਰੋਲ ਹੈਗਾ। ਪ੍ਰਾਈਵੇਟਾਈਜ਼ ਕਰੀ ਜਾਂਦੇ, ਹਰ ਚੀਜ਼ ਨੂੰ ਪ੍ਰਾਈਵੇਟ ਕਰੀ ਜਾਂਦੇ ਆ ਔਰ ਕੋਈ ਕੰਟਰੋਲ ਨਹੀਂ। ਰੋਜ਼ ਦਾ 35 ਪੈਸੇ ਜਿਹੜਾ ਤੇਲ ਵੱਧਦਾ ਤੁਸੀਂ ਦੇਖੋ, ਨਹੀਂ ਤੇ ਕਦੀ 6 ਮਹੀਨੇ ਸਾਲ ਬਾਅਦ ਥੋੜਾ ਬਾਲਾ ਵਾਧਾ ਹੁੰਦਾ ਸੀ ਕਾਂਗਰਸ ਵੇਲੇ। ਇਹ ਤੇ ਬਸ ਵੱਡੇ ਜਿਹੜੇ ਘਰਾਣੇ ਆ ਉਹ ਆਪਣੀ ਗੇਮ ਖੇਡ ਰਹੇ ਆ ਔਰ ਦੇਸ਼ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਜਿਹੜਾ ਦੇ ਰਹੇ ਆ, ਇਹ ਸਾਰੇ ਲੋਕਾਂ ਨੂੰ ਪਤਾ ਹੈ। ਕਿਸੇ ਚੀਜ਼ ਤੇ ਕੰਟਰੋਲ ਹੋਵੇ ਦੱਸ ਦਿਓ ਕੋ, ਗੈਸ ਤੇਲ ਮਹਿੰਗਾਈ ਜਿਹੜੀ ਅੱਜ ਇਹਨਾਂ ਨੂੰ ਹਿਮਾਚਲ ਦੇ ਵਿੱਚ ਉਸ ਚੀਜ਼ ਦਾ ਰਿਜ਼ਲਟ ਮਿਲ ਗਿਆ ਜੋ ਇਹਨਾਂ ਨੇ ਜਿਹੜਾ ਦੇਸ਼ ਨਾਲ ਕੀਤਾ। ਇਹ ਸਾਰੇ ਇੰਡੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਿਜ਼ਲਟ ਇਹਨਾਂ ਨੂੰ ਬੀਜੇਪੀ ਨੂੰ ਮਿਲੂਗਾ ਜੋ ਅੱਜ ਦੇਸ਼ ਦੇ ਨੱਕ ਦੇ ਵਿੱਚ ਦਮ ਕਰਤਾ ਇਹਨਾਂ ਲੋਕਾਂ ਨੇ। ਜੀ ਚੀਮਾ ਸਾਹਿਬ ਜੁੜੇ ਰਹੋ। ਵਿਨੀਤ ਜੋਸ਼ੀ ਜੀ, ਮੈਂ ਤੁਹਾਡੇ ਕੋਲ ਆਵਾਂਗੀ। ਪਹਿਲਾਂ ਦਲਜੀਤ ਚੀਮਾ ਜੀ ਤੋਂ ਇੱਕ ਸਵਾਲ ਹੈ। ਨਵਤੇਜ ਚੀਮਾ ਕਹਿ ਰਹੇ ਨੇ ਕਿ ਅਕਾਲੀ ਦਲ ਜਾਂ ਜਿਹੜੀਆਂ ਵੀ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹ ਅਕਸਰ ਫਿਰ ਕ੍ਰੈਡਿਟ ਲੈ ਜਾਂਦੀਆਂ ਨੇ ਕਿ ਦੇਖੋ ਅਸੀਂ ਕਿਹਾ ਸੀ, ਅਸੀਂ ਮੰਗ ਕੀਤੀ ਸੀ ਤੇ ਇਸ ਕਰਕੇ ਰੇਟ ਘਟ ਗਿਆ, ਸੂਬਾ ਸਰਕਾਰ ਨੇ ਆਪਣੇ ਹਿਸਾਬ ਨਾਲ ਫੈਸਲਾ ਲੈਣਾ। ਨਹੀਂ, ਅਸੀਂ ਤੇ ਟਵੀਟ ਰਾਤ ਨੂੰ ਕੀਤਾ। ਇਹ ਸਾਡੇ ਵੱਲੋਂ ਤਾਂ ਭਾਵੇਂ ਮਹੀਨਾ ਪਹਿਲਾਂ ਕਰ ਲੈਂਦੇ ਜੀ। ਅਸੀਂ ਤਾਂ ਹੁਣ ਜਦੋਂ ਕੇਂਦਰ ਨੇ ਘਟਾਈਆਂ ਤਾਂ ਉਸ ਤੋਂ ਬਾਅਦ ਕਿਹਾ ਕਿ ਹੁਣ ਵਾਰੀ ਜਿਹੜੀ ਸਟੇਟ ਗਵਰਨਮੈਂਟ ਦੀ, ਕਿਉਂਕਿ ਸਟੇਟ ਦਾ ਵੈਟ ਵੀ ਬਹੁਤ ਜ਼ਿਆਦਾ, ਇਹ ਕੋਈ ਘੱਟ ਨਹੀਂ ਹੈ। ਇਹਦੇ ਨਾਲ ਇਹਨਾਂ ਕੋਲ ਬਹੁਤ ਵੱਡੀ ਗੁੰਜਾਇਸ਼ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਟੇਟ ਨੇ ਵੀ ਬੇਸਾਬਾ ਜਿਹੜਾ ਉਹ ਰੇਟ ਵਧਾਏ ਹੋਏ ਆ। ਇਸ ਕਰਕੇ ਅਸੀਂ ਤੇ ਜੋ ਜੈਨੂਅਨ ਡਿਮਾਂਡ ਹੈ ਉਹ ਰੇਜ਼ ਕੀਤੀ। ਜੇ ਇਹਨਾਂ ਨੇ ਕਰਨਾ ਸੀ ਤਾਂ ਸਾਡੇ ਤੋਂ ਪਹਿਲਾਂ ਵੀ ਪੁੱਛ ਕੇ ਕਰ ਸਕਦੇ ਸੀ। ਕੋਈ ਸਾਡੇ ਡਿਮਾਂਡ ਰੇਜ਼ ਕਰਨ ਦੀ ਇੰਤਜ਼ਾਰ ਕਰਨ ਦੀ ਤਾਂ ਕਦੀ ਵੀ ਸਟੇਟ ਗਵਰਨਮੈਂਟ ਨੂੰ ਲੋੜ ਨਹੀਂ ਪੈਂਦੀ। ਇਹ ਤਾਂ ਕੇਂਦਰ ਸਰਕਾਰ ਤੋਂ ਵੀ ਪਹਿਲਾਂ ਕਰ ਸਕਦੇ ਸੀ, ਕੋਈ ਜ਼ਰੂਰੀ ਨਹੀਂ ਸੀ। ਆਪਣਾ ਟੈਕਸ ਛੱਡਦਾ ਸੀ, ਹੁਣ ਵੀ ਆਪਣਾ ਹੀ ਟੈਕਸ ਛੱਡਣਾ। ਇਸ ਕਰਕੇ ਇਹਦਾ ਦੋਨਾਂ ਚੀਜ਼ਾਂ ਦਾ ਤਾਂ ਕੋਈ ਸੰਬੰਧ ਹੀ ਨਹੀਂ ਸੀਗਾ। ਜਿੰਨਾ ਬੈਨੀਫਿਟ ਸਰਕਾਰਾਂ ਨੂੰ ਦੇਖਣਾ ਚਾਹੀਦਾ ਸੀ। ਹੈਲੋ ਜੀ ਚੀਮਾ ਸਾਹਿਬ, ਜਿੰਨਾ ਬੈਨੀਫਿਟ ਹੁਣ ਦੇਖੋ ਬਿਜਲੀ ਦੇ ਰੇਟ ਘੱਟ ਕਰਕੇ ਦਿੱਤਾ ਆ ਔਰ ਜਿੰਨਾ ਜਿਹੜਾ ਬਿੱਲ ਗਰੀਬਾਂ ਦੇ ਬਹੁਤ ਜ਼ਿਆਦਾ ਸੀ ਜਿਹੜੇ ਉਹ ਮਾਫ ਕੀਤੇ ਆ, ਪਾਣੀਆਂ ਦੇ ਹੋਣ ਚਾਹੇ ਲਾਈਟ ਦੇ ਹੋਣ, ਉਹ ਤੇ ਹੁਣ ਕਰਦਾ ਹੀ ਸਾਰਾ ਕੁਝ ਹੋਊਗਾ ਨਾ। ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਆਪਣੀ ਸਰਕਾਰ ਵੇਲੇ 10 ਸਾਲ ਰਹੇ ਉਦੋਂ ਕਿੰਨਾ ਕਿ ਇਹਨਾਂ ਨੇ ਘੱਟ ਕਰਤਾ ਆ। ਇਹ ਤੇ ਦੇਖੋ ਸੂਬਾ ਸਰਕਾਰ ਦਾ ਖਜ਼ਾਨਾ ਦੇਖਣਾ ਕਰਨਾ, ਉਹ ਹੁਣ ਇਹਨਾਂ ਨੂੰ ਛੇਤੀ ਉਹ ਵੀ ਜਿਹੜਾ ਸਾਡੀ ਸਰਕਾਰ ਆ ਉਹ ਜਿੰਨਾ ਵੀ ਕਰ ਸਕਦੀ ਉਹ ਜ਼ਰੂਰ ਕਰੂਗੀ ਔਰ ਲੋਕਾਂ ਦੀ ਸਹੂਲਤ ਲਈ ਕਰੂਗੀ। ਜੀ ਚਲੋ ਇੱਕ ਵਾਰੀ ਵਿਨੀਤ ਜੋਸ਼ੀ ਜੀ ਤੋਂ ਜਵਾਬ ਲੈ ਲੈਂਦੇ ਆ। ਜੋਸ਼ੀ ਸਾਹਿਬ, ਚੀਮਾ ਜੀ ਕਹਿ ਰਹੇ ਨੇ, ਨਵਤੇਜ ਚੀਮਾ, ਕਿ ਉਮੀਦ ਕਰ ਰਹੇ ਨੇ ਕਿ ਜਲਦ ਹੀ ਕੋਈ ਫੈਸਲਾ ਆ ਜਾਏਗਾ, ਸੂਬਾ ਸਰਕਾਰ ਵੀ ਰਾਹਤ ਦੇਵੇਗੀ। ਦੂਜਾ ਜਿਹੜਾ ਉਹਨਾਂ ਨੇ ਗੱਲ ਆਖੀ ਜਿਹੜੀ ਤੁਸੀਂ ਆਇਲ ਬੈਂਡਸ ਦੀ ਗੱਲ ਚੁੱਕੀ ਸੀ, ਉਸ ਤੇ ਉਹ ਕਹਿ ਰਹੇ ਨੇ ਕਿ ਕਾਂਗਰਸ ਤਾਂ ਜਦ ਇੰਟਰਨੈਸ਼ਨਲੀ ਪਰ ਬੈਰਲ ਜ਼ਿਆਦਾ ਕੀਮਤ ਸੀ ਉਦੋਂ ਵੀ ਸਸਤਾ ਦੇ ਰਹੀ ਸੀ ਪੈਟਰੋਲ ਤੇ ਡੀਜ਼ਲ, ਹੁਣ ਜਦ ਕੀਮਤ ਘੱਟ ਹੈ ਬੀਜੇਪੀ ਦਾ ਕੰਟਰੋਲ ਹੀ ਕੋਈ ਨਹੀਂ। ਮੈਂ ਨਵਤੇਜ ਚੀਮਾ ਜੀ ਜਿਹੜੇ MLA ਨੇ ਕਾਂਗਰਸ ਦੇ ਲੀਡਰ ਨੇ ਉਹ ਸਤਿਕਾਰਯੋਗ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਤੁਸੀਂ ਇੰਟਰਨੈਸ਼ਨਲ ਪ੍ਰਾਈਸਿਸ ਵੱਧ ਹੋਣ ਦੇ ਬਾਵਜੂਦ ਇੰਡੀਆ 'ਚ ਸਸਤਾ ਤੇਲ ਦਿੰਦੇ ਰਹੇ, ਉਹਦੇ ਕਰਕੇ ਅੱਜ ਭਾਰਤ ਦਾ ਜਿਹੜਾ ਟੈਕਸ ਪੇਅਰ ਹੈ, ਆਮ ਨਾਗਰਿਕ ਜਿਹੜਾ ਟੈਕਸ ਪੇ ਕਰਦਾ ਹੈ, ਉਹਦੇ ਜੇਬ ਤੋਂ 37,000 ਕਰੋੜ ਰੁਪਇਆ ਪਰ ਐਨਮ ਹਰ ਸਾਲ 2026 ਤੱਕ ਤਾਂ ਸਿਰਫ ਇੰਟਰਸਟ ਹੀ ਜਾਣਾ ਉਹਦਾ 37,000 ਕਰੋੜ ਰੁਪਇਆ। ਇਨਕਮ ਟੈਕਸ ਮੈਂ ਵੀ ਪੇ ਕਰਦਾ, ਤੁਸੀਂ ਤਾਂ ਨਹੀਂ ਪੇ ਕਰਦੇ ਕਿਉਂਕਿ ਪੰਜਾਬ ਸਰਕਾਰ MLA ਤੋਂ ਇਨਕਮ ਟੈਕਸ ਨਹੀਂ ਲੈਂਦੀ ਹੈ ਤੇ ਟੈਕਸ ਦੇਣਾ ਪੈਂਦਾ ਹੈ। ਔਰ ਇੱਕ ਪੁਆਇੰਟ ਇੱਕ ਮੈਂ ਸੁਣਤਾ ਲਓ ਜੀ, ਸੁਣਤਾ ਲਓ, 1 ਕਰੋੜ 30 ਲੱਖ 1,30,000 ਕਰੋੜ ਰੁਪਏ ਦਾ ਤਾਂ ਹਾਲੇ ਪ੍ਰਿੰਸੀਪਲ ਅਮਾਉਂਟ ਸਟੈਂਡਿੰਗ ਹੈ, ਉਹ ਤਾਂ ਪਤਾ ਨਹੀਂ ਕਦ ਖਤਮ ਹੋਣਾ। ਹਾਲੇ 37,000 ਕਰੋੜ ਦਾ ਕੱਲਾ 2026 ਤੱਕ ਵਿਆਜ ਹੀ ਦੇਣਾ ਹੈ ਜਿਹੜਾ ਤੁਸੀਂ ਖੜਾ ਕਰਕੇ ਗਏ। ਚਲੋ ਸਾਰੀ ਗੱਲਾਂ ਇੱਕ ਪਾਸੇ ਕਰੋ। ਜੇ ਭਾਰਤੀ ਜਨਤਾ ਪਾਰਟੀ ਦੇ 7 ਸੂਬੇ ਰਾਤੋਂ ਰਾਤ ਇਹ ਕਹਿ ਸਕਦੇ ਨੇ ਕਿ 7 ਰੁਪਏ ਪੈਟਰੋਲ ਔਰ 7 ਰੁਪਏ ਡੀਜ਼ਲ ਤੇ ਅਸੀਂ ਰੇਟ ਘਟਾ ਰਹੇ ਨੇ, ਜਿਹਦੇ ਨਾਲ ਕਿ ਜਿਹੜਾ 12 ਰੁਪਇਆ ਪੈਟਰੋਲ ਔਰ 17 ਰੁਪਏ ਡੀਜ਼ਲ ਦੀ ਕੀਮਤਾਂ ਘਟ ਗਈਆਂ ਭਾਜਪਾ ਸ਼ਾਸਿਤ ਰਾਜਾਂ 'ਚ, ਤੇ ਪੂਰੀ ਰਾਤ ਬੀਤ ਗਈ ਹੈ। ਜਿਹੜੇ ਚੰਨੀ ਸਾਹਿਬ ਰਾਤੀ 12 ਵਜੇ ਸੈਕਟਰੀਏਟ ਬਹਿ ਸਕਦੇ ਨੇ, ਉਹਦੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਹੁਣ ਤੱਕ ਕਟੌਤੀ ਕਿਉਂ ਨਹੀਂ ਕੀਤੀ? ਕਿਉਂ ਤੁਹਾਡਾ ਦੇਸ਼ ਦੇ ਅੰਦਰ ਸਭ ਤੋਂ ਜ਼ਿਆਦਾ ਤੁਹਾਡਾ ਵੈਟ ਟੈਕਸ ਹੈ, ਮਹਾਰਾਸ਼ਟਰ ਤੋਂ ਸਭ ਤੋਂ ਜ਼ਿਆਦਾ ਤੁਹਾਡੇ ਉੱਪਰ ਟੈਕਸ ਕਿਉਂ ਲਗਾਉਂਦੇ ਹੋ ਤੁਸੀਂ? ਜੀ ਚੀਮਾ ਸਾਹਿਬ ਜਵਾਬ। ਇਹ ਜਿਹੜਾ ਜੋਸ਼ੀ ਸਾਹਿਬ ਸਾਡੇ ਬੜੇ ਸੀਨੀਅਰ ਔਰ ਬੜੇ ਵਧੀਆ ਬੰਦੇ ਆ, ਇਹ ਜਿਹੜਾ ਟੈਕਸ ਆ ਜਦੋਂ ਅਕਾਲੀ BJP ਗਵਰਨਮੈਂਟ ਸੀ ਉਦੋਂ ਵੀ ਇਦਾਂ ਹੀ ਚੱਲਦਾ ਸੀ, ਉਦੋਂ ਨਹੀਂ ਕਿਸੇ ਨੇ ਕੀਤਾ। ਔਰ ਦੂਸਰਾ ਜਿਹੜਾ
ਆ ਸਰਕਾਰ ਜਿੰਨਾ ਸੂਬਾ ਸਰਕਾਰ ਪੰਜਾਬ ਦੀ ਲੋਕਾਂ ਨੂੰ ਰਾਹਤ ਦੇ ਰਹੀ ਆ, ਇੰਨਾ ਕੋਈ ਸਰਕਾਰ ਮੇਰਾ ਖਿਆਲ ਹੈ ਹਿੰਦੁਸਤਾਨ ਦਾ ਸੂਬਾ ਕੋਈ ਦੇ ਨਹੀਂ ਰਿਹਾ। ਔਰ ਜਿਹੜਾ ਇਹ ਨਹੀਂ ਵੀ ਇੱਕ ਚੀਜ਼ ਇੱਕ ਨੇ ਕਰਤਾ ਉਹਦੇ ਮਗਰ ਲੱਗ ਕੇ ਕਰ ਦੇਣਾ, ਵਧੀਆ ਕਰਾਂਗੇ। ਉਤੋਂ ਵੀ ਜਿਹੜੇ ਬੀਜੇਪੀ ਸ਼ਾਸਿਤ ਸੂਬਿਆਂ ਤੋਂ ਵੀ ਅਸੀਂ ਹੋ ਸਕਦਾ ਵਧੀਆ ਕਰ ਦਈਏ। ਇਹ ਤੇ ਲੋਕਾਂ ਨੂੰ ਰਾਹਤ ਦੇਣੀ, ਆਪਾਂ ਕਿਸੇ ਦੇ ਪਿੱਛੇ ਲੱਗ ਕੇ ਨਹੀਂ ਇਹ ਕਰਨਾ। ਇਸ ਕਰਕੇ ਆਪਾਂ ਸਾਰੇ ਇਸ ਚੀਜ਼ ਵੱਲ ਜਾਈਏ ਵੀ ਮਹਿੰਗਾਈ ਜਿਹੜੀ ਆ ਉਹਨੂੰ ਘੱਟ ਤੋਂ ਘੱਟ ਕਰੀਏ। ਲੋਕ ਬਹੁਤ ਇਸ ਚੀਜ਼ ਦਾ ਜਿਹੜਾ ਗਲਾ ਘੁੱਟਿਆ ਪਿਆ ਲੋਕਾਂ ਦਾ। ਆਪਾਂ ਸਾਰੇ, ਚਾਹੇ ਸੈਂਟਰ ਸਰਕਾਰ ਹੋਵੇ ਚਾਹੇ ਸਟੇਟ ਗਵਰਨਮੈਂਟਾਂ ਹੋਣ, ਸਾਰੇ ਹੀ ਇਸ ਚੀਜ਼ ਤੇ ਕੰਮ ਕਰਨ ਵੀ ਲੋਕਾਂ ਨੂੰ ਰਾਹਤ ਦੇਣ ਦੇ ਉੱਤੇ। ਜੀ ਚਲੋ ਰਾਹਤ ਦੀ ਉਮੀਦ ਕਰਦੇ ਹਾਂ। ਜੋਸ਼ੀ ਜੀ ਤੁਸੀਂ ਜਿਹੜੀ ਗੱਲ ਕਰ ਰਹੇ ਸੀ, ਜਿਹੜੀ ਉੱਥੇ ਹੀ ਆਇਲ ਬੌਂਡਸ ਦੀ ਗੱਲ ਕਰ ਰਹੇ ਸੀ ਕਿ ਇੰਨੀ ਦੇਣਦਾਰੀ ਹੈ, ਇੰਨਾ ਪੈਸਾ ਅਜੇ ਦੇਣਾ ਪਿਆ, ਉਸ ਦਾ ਵਿਆਜ ਹੀ ਨਹੀਂ ਅਜੇ ਤੱਕ ਤਾਂ ਚੁਕਾਇਆ ਜਾ ਸਕਿਆ, ਤਾਂ ਫਿਰ ਜਿਹੜੀ ਅੱਜ ਰਾਹਤ ਦਿੱਤੀ ਗਈ ਹੈ ਉਹ ਕੀ ਉਮੀਦ ਕਰਨ ਲੋਕ ਕਿ ਰਾਹਤ ਰਹੇਗੀ ਜਾਂ ਫਿਰ ਜਿਹੜਾ ਡਾਮਾਡੋਲ ਹੁੰਦਾ ਨਜ਼ਰ? ਦੇਖੋ ਅਸੀਂ ਉਮੀਦ ਇਹ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਹੈਗਾ ਇਹ ਰਾਹਤ ਹੋਰ ਵਧੇਗੀ। ਠੀਕ ਹੈ, ਟੈਕਸ ਜਿਹੜਾ ਹੈਗਾ ਹੋਰ ਘਟੇਗਾ। ਮੈਂ ਤਾਂ ਕਹਿੰਦਾ ਪੰਜਾਬ ਸਰਕਾਰ ਲਿਖ ਕੇ ਭੇਜੇ ਕਿ ਜਿਹੜਾ ਫਿਊਲ ਜਿਹੜਾ ਹੈਗਾ ਪੈਟਰੋਲ ਔਰ ਡੀਜ਼ਲ GST ਦੇ ਐਂਬਿਟ 'ਚ ਆ ਜਾਵੇ, ਸਟੇਟ ਟੈਕਸ ਤੋਂ ਬਾਹਰ ਹੋ ਜਾਵੇ, ਲਿਖ ਕੇ ਭੇਜਣ ਨਾ। ਗੱਲ ਇਹ ਹੈ ਕਿ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਹੈ, ਇਹ ਸਾਡੀ 10 ਸਾਲ ਅਕਾਲੀ ਭਾਜਪਾ ਦੇ ਰਾਜ ਸਰਕਾਰ ਨੂੰ ਨਾ ਰੋਵੇ। ਸਾਨੂੰ ਲੋਕਾਂ ਨੇ ਸੱਤਾਂ ਤੋਂ ਬਾਹਰ ਕਰਤਾ, ਸਾਡੀ ਸੀਟਾਂ ਬਿਲਕੁਲ ਖਤਮ ਕਰਤੀਆਂ, ਸਾਨੂੰ ਬਾਹਰ ਕਰਤਾ। ਰਾਜ ਤੁਹਾਡੇ ਕੋਲ ਹੈ, 4.5 ਸਾਲ ਬੀਤ ਗਏ ਨੇ। ਤੁਸੀਂ ਅਗਰ ਭਾਜਪਾ ਦੇ ਸ਼ਾਸਿਤ ਸੂਬਿਆਂ ਨੇ ਜਿਹੜੇ ਹੈ 7 ਸੂਬਿਆਂ ਨੇ ਜੇ ਰੇਟ ਘਟਾਤੇ ਨੇ, ਚਾਹੇ ਉਹ ਡੀਜ਼ਲ ਦੇ ਉੱਪਰ 10 ਰੁਪਏ ਔਰ ਪੈਟਰੋਲ ਦੇ ਉੱਪਰ 7 ਰੁਪਏ ਕੇਂਦਰ ਦੇ ਰੇਟ ਘਟਾਉਣ ਤੋਂ ਬਾਅਦ, ਤੇ ਪੰਜਾਬ ਸਰਕਾਰ ਹੁਣ ਤੱਕ ਕਿਉਂ ਚੁੱਪ ਬੈਠੀ ਹੈ? ਗੱਲ ਇਹ ਹੈ, ਸਾਨੂੰ ਇਹਨੇ ਜਵਾਬ ਦਿਓ। ਤੁਸੀਂ ਰਾਤੀ 12 ਵਜੇ ਆਪਣੀ ਮੀਟਿੰਗਾਂ ਚੰਨੀ ਸਾਹਿਬ ਕਰਦੇ ਨੇ ਉੱਥੇ ਬਹਿ ਕੇ, ਇਹ ਬੜੀ ਵੱਡੀ ਗੱਲ ਹੈ ਵੈਸੇ ਇੱਕ ਮੁੱਖ ਮੰਤਰੀ ਵਾਸਤੇ। ਸਾਨੂੰ ਤਾਂ ਬੜੀ ਖੁਸ਼ੀ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਇੱਕ ਦਲਿਤ ਨੂੰ ਮਾਣ ਬਖਸ਼ਿਆ ਇੰਨੇ ਸਾਲਾਂ ਬਾਅਦ। ਠੀਕ ਹੈ, ਲੇਕਿਨ ਅਸੀਂ ਫਿਰ ਵੀ ਪੁੱਛਣਾ ਚਾਹੁੰਦੇ ਜੀ ਰਾਤੀ ਮੀਟਿੰਗ ਕਰਦੇ ਹੁਣ ਤੱਕ ਕਿਉਂ ਨਹੀਂ ਅਨਾਉਂਸ ਕੀਤਾ? ਦਲਿਤ ਨਾ ਕਿਹਾ ਕਰੋ। ਸੀਐਮ ਮੁੱਖ ਮੰਤਰੀ ਕਿਸੇ ਵੀ ਚਾਹੇ ਐਸੀ ਭਾਈਚਾਰੇ ਨਾਲ ਸੰਬੰਧ ਦਾ ਆਪਾਂ ਦਲਿਤ ਭਾਈਚਾਰੇ ਮਾਣ ਬਖਸ਼ਿਆ। ਇਸ ਤਾਂ ਇਹ ਕਿਹਾ ਅੱਜ ਤੱਕ ਮਾਣ ਬਖਸ਼ਿਆ ਤੁਸੀਂ, ਮੁੱਦੇ ਤੋਂ ਨਾ ਭਟਕੀਏ। ਦਲਜੀਤ ਚੀਮਾ ਨਾਲ ਇੱਕ ਵਾਰ ਗੱਲ ਕਰ ਲੈਂਦੇ ਹਾਂ। ਚੀਮਾ ਸਾਹਿਬ ਤੁਸੀਂ ਕਿਵੇਂ ਦੇਖ ਰਹੇ ਹੋ? ਦੋ ਚੀਜ਼ਾਂ ਨੇ। ਨਵਤੇਜ ਚੀਮਾ ਕਹਿ ਰਹੇ ਨੇ ਕਿ ਜਲਦ ਰਾਹਤ ਮਿਲੇਗੀ, ਸੂਬਾ ਸਰਕਾਰ ਵੀ ਰਾਹਤ ਦੇਗੀ, ਲੇਕਿਨ ਉਹ ਕ੍ਰੈਡਿਟ ਵਾਰ ਦੇ ਵਿੱਚ ਨਹੀਂ ਪੈਣਾ, ਸੂਬਾ ਸਰਕਾਰ ਆਪਣੇ ਲੈਵਲ ਤੇ ਫੈਸਲਾ ਲਏਗੀ। ਵਿਨੀਤ ਜੋਸ਼ੀ ਉਹੀ ਗੱਲ ਕਰ ਰਹੇ ਨੇ ਕਿ ਦੇਣਦਾਰੀਆਂ ਇੰਨੀਆਂ ਹੋਈਆਂ ਨੇ, ਇਸੇ ਕਰਕੇ ਰੇਟ ਵਧਿਆ ਸੀ। ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਕਿ ਰਾਹਤ ਕਿੰਨੀ ਕੁ ਮਿਲਦੀ ਹੈ। ਹਾਲਾਂਕਿ ਉਹ ਇਹ ਵੀ ਕਹਿ ਰਹੇ ਨੇ ਕਿ ਹੋਰ ਰਾਹਤ ਦੇਵਾਂਗੇ। ਦੇਖੋ ਗੱਲ ਇਹ ਹੈ ਕਿ ਸੂਬਾ ਸਰਕਾਰ ਦਾ ਜਿਹੜੇ ਰੇਟ ਹੈਗੇ ਆ ਉਹ ਸਰਦਾਰ ਨਵਤੇਜ ਸਿੰਘ ਚੀਮਾ ਸਾਹਿਬ ਨੂੰ ਦੇਖ ਲੈਣੇ ਚਾਹੀਦੇ ਆ, ਔਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਦੇ ਵੀ ਦੇਖ ਲੈਣੇ ਚਾਹੀਦੇ, ਕਿਉਂਕਿ ਜਿੱਥੇ ਵੱਧਦਾ ਟੈਕਸ ਉੱਥੇ ਮੰਨਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਟੈਕਸ ਇਹਨਾਂ ਨੇ ਨਾਲ ਹੀ ਵਧਾਏ ਸੀ, ਕਿਉਂਕਿ ਇੱਕੋ ਹੀ ਗੱਲ ਨੂੰ ਸਟੇਟ ਗਵਰਨਮੈਂਟ ਨੇ ਆਮਦਨ ਦਾ ਸਾਧਨ ਬਣਾ ਲਿਆ ਕਿ ਸ਼ਰਾਬ ਦੀ ਵੀ ਜਿਹੜਾ ਐਕਸਾਈਜ਼ ਆ ਚੋਰੀ ਹੋਈ ਜਾਵੇ, ਦੂਜਾ ਵੀ ਸਾਰਾ ਟੈਕਸੇਸ਼ਨ ਚੋਰੀ ਹੋਈ ਜਾਵੇ, ਤੇ ਕੱਲਾ ਜਿਹੜੀ ਹੈਗੀ ਆ ਇਹਦੇ ਤੇ ਲਿਆ ਕੇ ਸਾਰੇ ਵੈਟ ਇੰਨਾ ਵਧਾ ਲਿਆ ਕਿ ਸਾਰੀ ਆਮਦਨ ਅਸੀਂ ਇਹਦੇ ਚੋਂ ਪੂਰੀ ਕੀਤੀ ਜਾਵੇ, ਜਿਹਦੇ ਕਰਕੇ ਲੋਕਾਂ ਦਾ ਇੰਨਾ ਆ ਬੜਾ ਹੋਣਾ। ਉਧਰ ਕੇਂਦਰ ਸਰਕਾਰ ਦਾ ਬਹੁਤ ਵੱਧ ਗਿਆ ਸੀ, ਉਧਰ ਸਟੇਟਾਂ ਦਾ ਬਹੁਤ ਵੱਧ ਗਿਆ ਸੀ। ਇਸ ਕਰਕੇ ਜੇ ਉਹਨਾਂ ਨੇ ਘਟਾਇਆ ਤਾਂ ਹੁਣ ਇਹਨਾਂ ਨੂੰ ਘਟਾਉਣਾ ਚਾਹੀਦਾ। ਇਸ ਕਰਕੇ ਕ੍ਰੈਡਿਟ ਵਾਰ ਦੀ ਗੱਲ ਨਹੀਂ ਹੈ, ਸਾਡਾ ਰਾਈਟ ਹੈ, ਲੋਕਾਂ ਦਾ ਰਾਈਟ ਹੈ ਕਿ ਤੁਸੀਂ ਬਾਕੀ ਟੈਕਸਾਂ ਦੀ ਰਿਕਵਰੀ ਕਰੋ ਜਿਨ੍ਹਾਂ ਦੀ ਚੋਰੀ ਹੋ ਰਹੀ ਹੈ, ਜਿੱਥੇ ਸਕੈਂਡਲ ਹੋ ਰਿਹਾ ਉਹਨਾਂ ਦੀ ਰਿਕਵਰੀ ਕਰੋ, ਨਾ ਕਿ ਇਹ ਹੈ ਕਿ ਗਰੀਬ ਬੰਦੇ ਦਾ ਅੱਜ ਮਹਿੰਗਾਈ ਜਿਹੜੀ ਜੋ ਸਿਖਰਾਂ ਦੇ ਉੱਤੇ ਪਹੁੰਚੀ ਹੈ ਉਹਦੇ ਵਿੱਚ ਵੱਡਾ ਫੈਕਟਰ ਸਭ ਤੋਂ ਵੱਧ ਇਹ ਡੀਜ਼ਲ ਤੇ ਪੈਟਰੋਲ ਦਾ। ਦੇਖੋ ਨਵਤੇਜ ਚੀਮਾ ਜੀ, ਪਹਿਲਾਂ ਵੀ ਇਹ ਗੱਲ ਉੱਠਦੀ ਰਹੀ ਹੈ, ਲੋਕ ਵੀ ਚੁੱਕਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਵੈਟ ਸਭ ਤੋਂ ਜ਼ਿਆਦਾ ਹੈ। ਲੋਕ ਬੜੇ ਲੰਬੇ ਸਮੇਂ ਤੋਂ ਕਹਿੰਦੇ ਰਹੇ ਨੇ ਕਿ ਵੈਟ ਘਟਾਵੇ ਸੂਬਾ ਸਰਕਾਰ। ਜੇ ਕੇਂਦਰ ਸਰਕਾਰ ਨਹੀਂ ਰਾਹਤ ਦੇ ਰਹੀ ਤਾਂ ਸੂਬਾ ਸਰਕਾਰ ਤਾਂ ਰਾਹਤ ਦੇ ਸਕਦੀ ਹੈ। ਮੈਂ ਬੇਨਤੀ ਕਰਦਾ ਚੀਮਾ ਸਾਹਿਬ ਨੂੰ ਵੀ ਜਿੰਨਾ ਰਾਹਤ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਆ, ਚਾਹੇ ਬਿਜਲੀ ਦੇ ਰੇਟ ਹੋਣ, ਚਾਹੇ ਕੋਈ ਵੀ ਮੈਂ ਗੱਲ ਕੀਤੀ ਆ, ਇਹ ਤੇ ਹੁਣ ਚੀਮਾ ਸਾਹਿਬ ਮਿਨਿਸਟਰ ਹੈ ਵਿੱਚ ਵੀ ਕੋਈ ਵੀ ਚੀਜ਼ ਆਪਾਂ ਜਦੋਂ ਚਲਾਉਂਦੇ ਆ ਉਹਦੇ ਵਿੱਚ ਆਪਾਂ ਨੂੰ ਦੇਖਣਾ ਪੈਂਦਾ ਆਪਣੀ ਆਮਦਨ ਦੇ ਸੋਰਸ ਕਿੰਨੇ ਆ, ਆਪਾਂ ਕਿੰਨਾ ਕਰ ਸਕਦੇ ਆ। ਉਹਦੇ ਨਾਲ ਹੀ ਦੇਖੋ ਤੁਸੀਂ ਨਾ ਹੁਣ ਜਿਹੜਾ ਕੱਲ ਦੀਵਾਲੀ ਤੇ 3100 ਰੁਪਈਆ ਜਿਹੜੇ ਕਾਮਿਆਂ ਨੂੰ ਜਿਹੜੀ ਰਾਹਤ ਦਿੱਤੀ ਗਈ ਆ, ਏਦਾਂ ਹੀ ਹੁਣ ਇਹ ਸਮੇਂ ਦੇ ਨਾਲ ਹੀ ਤੁਸੀਂ ਥੋੜੇ ਦਿਨ ਵੇਟ ਕਰੋ, ਸਾਰਾ ਕੁਝ ਕਰਾਂਗੇ। ਔਰ ਆਪਾਂ ਦੇਖੋ ਇਹ ਇਲਜ਼ਾਮਬਾਜ਼ੀਆਂ ਤੋਂ ਬਗੈਰ ਇੱਕ ਦੂਜੇ ਨਾਲ ਮਿਲ ਕੇ ਇਸ ਚੀਜ਼ ਤੇ ਹੱਲ ਕਰਨ ਦੀ ਲੋੜ ਆ ਵੀ ਆਪਾਂ ਜਿਹੜਾ ਆ ਇਹ ਸਾਰੀ ਚੀਜ਼ ਤੇ ਤੁਸੀਂ ਆਪਣੀ ਕੋਈ ਚੰਗੀ ਸੁਜੈਸ਼ਨ ਆ ਉਹ ਦਿਓ। ਸਾਡੇ ਸੀਐਮ ਦੇ ਰਾਤ 12 ਵਜੇ ਜੋਸ਼ ਸਾਹਿਬ ਕਹਿੰਦੇ ਕੰਮ ਕਰਦੇ ਆ, ਬਿਲਕੁਲ ਉਹ ਇਸੇ ਜਿਹੜਾ ਕਰਕੇ ਹੀ ਉਹ ਲੋਕਾਂ ਦਾ ਜਿਹੜਾ ਸਾਰਾ ਕਿੱਦਾਂ ਆਪਾਂ ਠੀਕ ਕਰ ਸਕਦੇ ਆ ਉਹਦੇ ਤੇ ਕੰਮ ਕਰ ਰਿਹਾ। ਔਰ ਛੇਤੀ ਤੁਹਾਨੂੰ ਰਿਜ਼ਲਟ ਮਹੀਨੇ ਦੇ ਵਿੱਚ ਲੋਕਾਂ ਚੋਂ ਜਾ ਕੇ ਪੁੱਛੋ ਕਿੰਨੀ ਖੁਸ਼ੀ ਲੋਕਾਂ ਨੂੰ ਹੋਈ ਆ ਜਿਹੜੇ ਜਿੰਨੇ ਫੈਸਲੇ ਕੀਤੇ ਆ, ਇਹ ਵੀ ਛੇਤੀ ਜਿਹੜਾ ਫੈਸਲਾ ਹੋ ਜਾਊਗਾ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਕੁਝ ਚੀਜ਼ਾਂ ਦੇ ਵਿੱਚ ਸੂਬਾ ਸਰਕਾਰ ਨੇ ਰਾਹਤ ਦਿੱਤੀ ਹੈ, ਲੇਕਿਨ ਗੱਲ ਉੱਥੇ ਆ ਜਾਂਦੀ ਹੈ ਕਿ ਕਈ ਚੀਜ਼ਾਂ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਮਦਨ ਵੀ ਸਟੇਟ ਨੇ ਦੇਖਣੀ ਹੁੰਦੀ ਹੈ,
ਤਾਂ ਕਈ ਹੋਰ ਚੀਜ਼ਾਂ ਨੇ ਜਿਨ੍ਹਾਂ ਦਾ ਸਿਰਫ ਇੱਕੋ ਚੀਜ਼ ਤੇ ਅਸਰ ਪੈਂਦਾ ਹੈ। ਪੈਟਰੋਲ ਡੀਜ਼ਲ ਦਾ ਅਸਰ ਉਹਨਾਂ ਲੋਕਾਂ ਤੇ ਵੀ ਪੈਂਦਾ ਹੈ ਜਿਹੜੇ ਪੈਟਰੋਲ ਡੀਜ਼ਲ ਸ਼ਾਇਦ ਇਸਤੇਮਾਲ ਵੀ ਨਾ ਕਰਦੇ ਹੋਣ, ਕਿਉਂਕਿ ਟਰਾਂਸਪੋਰਟੇਸ਼ਨ ਦਾ ਖਰਚ ਵੱਧਦਾ ਹੈ ਤਾਂ ਫਲਾਂ ਸਬਜ਼ੀਆਂ ਦੀਆਂ ਕੀਮਤਾਂ ਵੱਧਦੀਆਂ ਨੇ, ਰਸੋਈ ਦੀਆਂ ਜਿਹੜੀਆਂ ਵੀ ਇਸਤੇਮਾਲ ਦੀਆਂ ਚੀਜ਼ਾਂ ਨੇ ਉਹ ਸਭ ਦੇ ਵਿੱਚ ਕੀਮਤਾਂ ਵੱਧਦੀਆਂ ਨੇ, ਤਾਂ ਇਸ ਦਾ ਤਾਂ ਹਰ ਕਿਸੇ ਤੇ ਅਸਰ ਪੈਂਦਾ ਹੈ। ਇਹ ਵੀ ਮੈਂ ਤੁਹਾਨੂੰ ਕਹਿੰਦਾ ਵੀ ਛੇਤੀ ਇਹਦਾ ਵੀ ਜਿਹੜਾ ਤੁਹਾਨੂੰ ਥੋੜੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੂਗਾ। ਇਹ ਬਿਲਕੁਲ ਸੂਬਾ ਸਰਕਾਰ ਇਸ ਚੀਜ਼ ਦਾ ਜਿਹੜਾ ਧਿਆਨ ਰੱਖ ਰਹੀ ਹੈ ਔਰ ਛੇਤੀ ਲੋਕਾਂ ਨੂੰ ਰਾਹਤ ਜਿਹੜੀ ਦਿੱਤੀ ਜਾਊਗੀ। ਚਲੋ ਠੀਕ ਹੈ ਚੀਮਾ ਜੀ, ਉਮੀਦ ਕਰਦੇ ਹਾਂ ਕਿ ਕੋਈ ਐਲਾਨ ਸੂਬਾ ਸਰਕਾਰ ਵੱਲੋਂ ਵੀ ਆਵੇ। ਜਿਹੜੀ ਲੋਕ ਮੰਗ ਕਰ ਰਹੇ ਨੇ ਜਾਂ ਅਕਾਲੀ ਦਲ ਨੇ ਵੀ ਹੁਣ ਮੰਗ ਚੁੱਕੀ ਹੈ ਕਿ ਸੂਬਾ ਸਰਕਾਰ ਵੀ ਰੇਟ ਘਟਾਵੇ। ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਲੋਕ ਕਹਿ ਰਹੇ ਸਨ ਕਿ ਸੂਬਾ ਸਰਕਾਰ ਨੂੰ ਵੀ ਰਾਹਤ ਦੇਣੀ ਚਾਹੀਦੀ ਹੈ, ਕੇਂਦਰ ਨੇ ਰਾਹਤ ਦਿੱਤੀ ਹੈ, ਚੰਗੀ ਗੱਲ ਹੈ। ਵਿਨੀਤ ਜੋਸ਼ੀ ਜੀ ਤੁਹਾਡਾ ਵੀ ਸ਼ੁਕਰੀਆ, ਦਲਜੀਤ ਚੀਮਾ ਜੀ ਤੁਹਾਡਾ ਵੀ ਸ਼ੁਕਰੀਆ, ਨਵਤੇਜ ਚੀਮਾ ਜੁੜੇ ਕਾਂਗਰਸ ਤੋਂ ਤੁਹਾਡਾ ਵੀ ਸ਼ੁਕਰੀਆ। ਤਾਂ ਨਵਤੇਜ ਚੀਮਾ ਕਹਿ ਰਹੇ ਸਨ ਕਿ ਕਾਂਗਰਸ ਦੇ ਵੱਲੋਂ ਵੀ, ਕਾਂਗਰਸ ਸਰਕਾਰ ਦੇ ਵੱਲੋਂ ਵੀ ਜਲਦ ਇਸ ਮਾਮਲੇ ਦੇ ਵਿੱਚ ਰਾਹਤ ਕੋਈ ਨਾ ਕੋਈ ਅਨਾਉਂਸ ਹੋਏਗੀ। ਫਿਲਹਾਲ ਕੇਂਦਰ ਦੇ ਵੱਲੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਘਟਾਈ ਗਈ ਹੈ। ਪੈਟਰੋਲ ਦੀ ਕੀਮਤ ਤਕਰੀਬਨ 5 ਤੋਂ 6 ਰੁਪਏ ਘਟੀ ਹੈ ਤੇ ਡੀਜ਼ਲ ਦੀ ਕੀਮਤ 10 ਰੁਪਏ ਜਿਹੜੀ ਹੈ ਉਹ ਘਟੀ ਹੈ। ਹਾਲਾਂਕਿ ਪੰਜਾਬ ਦੇ ਵਿੱਚ ਤਕਰੀਬਨ 12 ਰੁਪਏ ਦਾ ਫਰਕ ਬਹੁਤ ਸਾਰੀਆਂ ਜਗ੍ਹਾਵਾਂ ਤੇ ਪਿਆ ਹੈ। ਹਰਿਆਣਾ ਨੇ ਵੀ ਅਨਾਉਂਸ ਕਰ ਦਿੱਤੀ ਹੈ ਰਾਹਤ। ਹਰਿਆਣਾ ਦੇ ਵਿੱਚ ਪੈਟਰੋਲ ਦੀ 7 ਰੁਪਏ ਕੀਮਤ ਤੇ ਡੀਜ਼ਲ ਦੀ 2 ਰੁਪਏ ਕੀਮਤ ਹੋਰ ਘਟਾਈ ਗਈ ਹੈ, ਯਾਨੀ ਕਿ ਕੁੱਲ ਪੈਟਰੋਲ ਦੀ ਕੀਮਤ ਦੇ ਵਿੱਚ 12 ਰੁਪਏ ਕਟੌਤੀ ਕੀਤੀ ਗਈ ਹੈ ਤੇ ਡੀਜ਼ਲ ਦੀ ਕੀਮਤ ਦੇ ਵਿੱਚ ਵੀ 12 ਰੁਪਏ ਦੀ ਕਟੌਤੀ ਕੀਤੀ ਗਈ ਹੈ। ਫਿਲਹਾਲ ਪੰਜਾਬ ਦੇ ਵਿੱਚੋਂ ਕੋਈ ਅਜਿਹੀ ਰਾਹਤ ਅਨਾਉਂਸ ਨਹੀਂ ਹੋਈ, ਲੇਕਿਨ ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਜਲਦ ਕੋਈ ਨਾ ਕੋਈ ਰਾਹਤ ਪੰਜਾਬ ਦੇ ਵਿੱਚ ਵੀ ਅਨਾਉਂਸ ਕੀਤੀ ਜਾਏਗੀ।